ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ, ਹਿਰਦੈ ਨਿਤ ਧਿਆਵ। ਸ੍ਰੀ ਗੁਰੂ ਰਾਮਦਾਸ ਗੁਣ ਗਾਵ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਧਨ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤਸਵ ਕਰਹਿ ਅਨੇਕ ਪ੍ਰਕਾਰੇ, ਘਰ ਪਰ ਫੂਲਨ ਅੰਜੁਲ ਡਾਰੇ। ਜਹ ਕਹਿ ਬਹੁ ਸੁਗੰਧ ਬਿਸਤਾਰੀ, ਬਿਸਮੈ ਪਏ ਹੀਰ ਨਰ ਨਾਰੀ। ਉਤਸਵ ਕਰਹਿ ਅਨੇਕ ਪ੍ਰਕਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਗੁਰਤਾ ਗੱਦੀ ਦੇ ਸਿੰਘਾਸਨ ਪਰ ਸੁਭਾਏਮਾਨ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਸਾਰੀ ਸੰਗਤ ਨੇ ਸ਼ਾਮ ਦੇ ਦੀਵਾਨਾਂ ਵਿੱਚ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਸਵਾਸ ਸਫਲੇ ਕੀਤੇ ਹਨ ਜੀ। ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿੱਚੋਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ, ਕਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧਰਤੀ ਦੇ ਜੀਵਾਂ ਦੀ ਕਲਿਆਣ ਕੀਤੀ, ਧਰਤੀ ਨੂੰ ਪਵਿੱਤਰ ਕੀਤਾ। ਕਿਹਨਾਂ ਕਿਹਨਾਂ ਗੁਰੂ ਕੇ ਸਿੱਖਾਂ ਨੇ, ਹਜ਼ੂਰੀ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਅੰਤ ਬਖਸ਼ਾਂ ਪ੍ਰਾਪਤ ਕੀਤੀਆਂ। ਉਹ ਸਾਰਾ ਪਾਵਨ ਪਵਿੱਤਰ ਇਤਿਹਾਸ ਆਪਾਂ ਰੋਜ਼ ਵਿਚਾਰਦੇ ਹਾਂ। ਜੋ ਕੱਲ੍ਹ ਆਪਾਂ ਪ੍ਰਸੰਗ ਵਿਚਾਰਿਆ ਸੀ ਤੇ ਇਸ ਵਿੱਚ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਉਪਦੇਸ਼ ਸਾਰੀਆਂ ਸੰਗਤਾਂ ਨੂੰ ਸਰੀਰ ਕਰਕੇ ਅੰਤਲੇ ਸਮੇਂ ਤੇ ਦਿੱਤਾ ਹੈ। ਬਾਬਾ ਮੋਹਰੀ ਜੀ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਂਹ ਫੜਾਈ। ਬਾਬਾ ਮੋਹਰੀ ਜੀ ਨੇ ਮਹਾਰਾਜ ਦਾ ਹੱਥ ਆਪਣੇ ਸਿਰ ਤੇ ਰੱਖ ਕੇ ਆਖਿਆ ਸੀ, ਮੇਰੇ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਐਵੇਂ ਹੀ ਨੇ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਜਿਵੇਂ ਗੁਰੂ ਅੰਗਦ ਦੇਵ ਮਹਾਰਾਜ, ਜਿਵੇਂ ਪਿਤਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਤੇ ਜਿਵੇਂ ਆਪ ਜੀ। ਤੁਸੀਂ ਕੋਈ ਫਿਕਰ ਨਾ ਕਰੋ, ਮੇਰੇ ਮਨ 'ਚ ਓਨੀ ਹੀ ਸ਼ਰਧਾ ਹੈ। ਕੁਝ ਬਚਨ ਬਾਬਾ ਬੁੱਢਾ ਜੀ ਆਦਿਕ ਹਜ਼ੂਰੀ ਗੁਰੂ ਕੇ ਸਿੱਖਾਂ ਨਾਲ ਕਰਕੇ ਫਿਰ ਚੌਥੇ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦਿੱਤਾ। ਬਹੁਤ ਜੈ ਜੈਕਾਰ ਦੇਵਤਿਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਤੀ। ਇੱਥੋਂ ਤੱਕ ਪ੍ਰਸੰਗ ਆਪਾਂ ਸਾਧ ਸੰਗਤ ਜੀ ਕੱਲ੍ਹ ਵਿਚਾਰਿਆ ਸੀ। ਆਓ ਅੱਗੇ ਜਿਵੇਂ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ
ਸਰਦਾ ਭਾਵਨਾ ਨਾਲ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਕੌਤਕ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਤਸਵ ਕਰਹਿ ਅਨੇਕ ਪ੍ਰਕਾਰੇ। ਕਈ ਪ੍ਰਕਾਰ ਦੇ ਦੇਵਤਿਆਂ ਨੇ ਉਤਸਵ ਕੀਤੇ, ਖੁਸ਼ੀ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ। ਭਾਰ ਭਰ ਫੂਲਨ ਅੰਜੁਲ ਡਾਰੇ। ਅੰਜਲ ਬੁੱਕ ਨੂੰ ਕਹਿੰਦੇ ਨੇ, ਕਹਿੰਦੇ ਬੁੱਕ ਭਰ ਭਰ ਕੇ ਸੁਗੰਧੀ ਵਾਲੇ ਫੁੱਲਾਂ ਦੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਬਿਬਾਨ ਉੱਪਰ ਸੁੱਟੇ ਹਨ। ਜਹ ਕਹਿ ਬਹੁ ਸੁਗੰਧ ਬਿਸਤਾਰੀ। ਇੰਨੇ ਵਧੀਆ ਫੁੱਲ ਸਨ ਜਿਨ੍ਹਾਂ ਦੀ ਉਹਨਾਂ ਨੇ ਵਰਖਾ ਕੀਤੀ ਵੀ ਚਾਰ ਚਫੇਰਾ ਜਿਹੜਾ ਸੀ ਬਹੁਤ ਸੁੰਦਰ ਸੁਗੰਧੀ ਕਰਕੇ ਸੁਗੰਧਿਤ ਹੋ ਗਿਆ ਜੀ। ਬਿਸਮੈ ਪਏ ਹੇਰ ਨਰ ਨਾਰੀ। ਜਿੰਨੇ ਦੇਖਣ ਵਾਲੇ ਸਨ ਉਸ ਵੇਲੇ ਗੁਰਮੁਖ ਪਿਆਰੇ ਮਨੁੱਖ ਇਸਤਰੀਆਂ ਇਕੱਤਰ ਹੋਏ, ਉਹ ਉਸ ਸੁਗੰਧੀ ਨੂੰ, ਉਸ ਕੌਤਕ ਨੂੰ, ਉਸ ਵੱਖਰੀ ਤਰ੍ਹਾਂ ਦੇ ਪ੍ਰਕਾਸ਼ ਨੂੰ ਦੇਖ ਕੇ ਬਹੁਤ ਹੈਰਾਨ ਹੋਏ ਹਨ। ਬਾਪੀ ਪਾਸ ਨਰਨ ਸਮੁਦਾਏ। ਕਹਿੰਦੇ ਬੌਲੀ ਸਾਹਿਬ ਦੇ ਕੋਲ ਸਾਰੀ ਸੰਗਤ ਉਸ ਵੇਲੇ ਜੁੜੀ ਬੈਠੀ ਸੀ ਜੀ। ਸੰਗਤ ਸੁਣ ਆਈ ਉਮੜਾਏ। ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸੁਣ ਕੇ ਆ ਗਈਆਂ ਸਨ ਪਿੰਡਾਂ ਵਿੱਚੋਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸੱਚਖੰਡ ਚੱਲੇ ਨੇ, ਸਤਿਗੁਰੂ ਜੀ ਦੇ ਸਰੀਰ ਦੇ ਅੰਤਮ ਦਰਸ਼ਨ ਕਰ ਲੈਣੇ ਚਾਹੀਦੇ ਹਨ। ਧੰਨ ਗੁਰੂ ਗਤ ਜਾਏ ਨਾ ਜਾਣੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਗਤੀ ਨੂੰ ਜਾਣਿਆ ਨਹੀਂ ਜਾਂਦਾ, ਇਦਾਂ ਸਾਰੀਆਂ ਸੰਗਤਾਂ ਆਪੋ ਵਿੱਚ ਦੀ ਗੱਲਾਂ ਕਰਦੀਆਂ ਹਨ। ਧੰਨ ਸੁਸ਼ੰਦ ਤਿਆਗਿਓ ਗੁਣ ਖਾਨੀ। ਸੋ ਛੰਦ ਦਾ ਅਰਥ ਹੁੰਦਾ ਆਪਣੀ ਮਰਜ਼ੀ ਨਾਲ। ਸੰਗਤਾਂ ਬੈਠੀਆਂ ਬੌਲੀ ਸਾਹਿਬ ਦੇ ਕੋਲ ਇਦਾਂ ਮਹਾਰਾਜ ਜੀ ਦੇ ਗੁਣਾਂ ਨੂੰ ਚੇਤੇ ਕਰਦੀਆਂ ਪਈਆਂ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਾਰੀ ਗਤੀ ਨੂੰ ਕੌਣ ਜਾਣ ਸਕਦਾ ਹੈ। ਆਪਣੀ ਮਰਜ਼ੀ ਨਾਲ ਸੱਚੇ ਪਾਤਸ਼ਾਹ ਜੀ ਨੇ ਆਪ ਬਿਰਾਜਮਾਨ ਹੋ ਕੇ ਆਸਣ ਉੱਪਰ ਆਪਣੇ ਸਰੀਰ ਉੱਪਰ ਇੱਕ ਚਾਦਰਾ ਲੈ ਕੇ ਸਰੀਰ ਛੱਡ ਦਿੱਤਾ ਹੈ। ਬਹੁਤ ਬੈਰਾਗ ਸਭਨ ਮੈਂ ਹੋਵਾ। ਸਾਰੀਆਂ ਸੰਗਤਾਂ ਵਿੱਚ ਬਹੁਤ ਜ਼ਿਆਦਾ ਬਰਾਗ ਸੀ ਉਸ ਵੇਲੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਰੀਰ ਕਰਕੇ ਅੰਤਮ ਦਰਸ਼ਨ ਸਨ। ਪ੍ਰੇਮੀ ਸਿੱਖਨ ਕੋ ਗਨ ਹੋ ਰੋਵਾ। ਕਹਿੰਦੇ ਜਿਹੜੇ ਪ੍ਰੇਮੀ ਸਿੱਖ ਸਨ ਉਹਨਾਂ ਦੇ ਨੇਤਰ ਗਿੱਲੇ ਨੇ, ਮਹਾਰਾਜ ਜੀ ਦੇ ਜਾਣ ਕਰਕੇ ਬਰਾਗ ਦਾ ਪਾਣੀ ਉਹਨਾਂ ਸਾਰਿਆਂ ਦੀਆਂ ਅੱਖਾਂ ਵਿੱਚ ਹੈ। ਸਿਮਰ ਸਿਮਰ ਗੁਰ ਕੇ ਉਪਦੇਸ਼। ਕਹਿੰਦੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਭਲੇ ਦਾ ਦਿੱਤਾ ਸੀ, ਉਸ ਉਪਦੇਸ਼ ਨੂੰ ਸਾਰੇ ਜਾਣੇ ਚੇਤੇ ਕਰਦੇ ਹਨ। ਮਮ ਪਾਸ਼ੇ ਹੋਏ ਸ਼ੋਕ ਨ ਲੇਸ਼। ਇਹ ਵੀ ਮਹਾਰਾਜ ਜੀ ਨੇ ਵਚਨ ਕੀਤੇ ਜਾਣ ਤੋਂ ਪਹਿਲਾਂ ਕਿ ਸਾਡੇ ਤੋਂ ਬਾਅਦ ਸੋਗ ਨਹੀਂ ਕਰਨਾ, ਚਿੰਤਾ ਨਹੀਂ ਕਰਨੀ, ਵਿਰਲਾਪ ਨਹੀਂ ਕਰਨਾ ਕਿਸੇ ਨੇ। ਪਠਨ ਕੀਰਤਨ ਸ਼੍ਰੀ ਸਤਨਾਮ। ਬਾਣੀ ਪੜ੍ਹਨੀ, ਕੀਰਤਨ ਸੁਣਨਾ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ ਸਾਰੀਆਂ ਸੰਗਤਾਂ ਨੂੰ। ਕਰੋ ਭਜਨ ਮਿਲ ਕੇ ਨਰ ਗ੍ਰਾਮ। ਸੋ ਆਖਿਆ ਵੀ ਸਾਰੇ ਗ੍ਰਾਮਾਂ ਦੇ, ਸਾਰੇ ਪਿੰਡਾਂ ਦੇ ਲੋਕ ਇੱਕ ਥਾਂ ਤੇ ਮਿਲ ਕੇ ਭਜਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਸ਼ਬਦ ਪੜ੍ਹਨੇ ਨੇ, ਕੀਰਤਨ ਸਰਵਣ ਕਰਨਾ ਹੈ। ਸਿਆਣੇ ਸਿੱਖ ਪੜ੍ਹੇ ਗੁਰਬਾਣੀ। ਜਿਹੜੇ ਸਿਆਣੇ ਸਿੱਖ ਨੇ ਗੁਰਬਾਣੀ ਜਿਨ੍ਹਾਂ ਨੂੰ ਕੰਠ ਹੈ ਪੜ੍ਹਦੇ ਹਨ ਜੀ। ਗਿਰਾ ਗੁਰੂ ਕੀ ਕਰੈ ਬਖਾਨੀ। ਜਿਹੜੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਉਸ ਪਵਿੱਤਰ ਬਾਣੀ ਦਾ ਪਾਠ ਸਿੱਖ ਕਰਦੇ ਪਏ ਹਨ ਜੀ। ਧਰੀ ਧੀਰਜ ਪਾਨੀ ਨਹਿ ਰੋਈ। ਕਹਿੰਦੇ ਨੇ ਮਾਤਾ ਭਾਨੀ ਜੀ ਨੇ ਇੰਨੀ ਧੀਰਜ ਰੱਖੀ ਕਿ ਬਿਲਕੁਲ ਆਪਣੀਆਂ ਅੱਖਾਂ ਤੋਂ ਕੋਈ ਪਾਣੀ ਦੀ ਬੂੰਦ ਨਹੀਂ ਜਾਣ ਦਿੱਤੀ। ਕਿਉਂਕਿ ਕੱਲ ਆਪਾਂ ਵਿਚਾਰਿਆ ਸੀ, ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਵੀ ਨਾਲ ਹੀ ਲੈ ਚੱਲੋ, ਆਗਿਆ ਦਿਓ, ਅਸੀਂ ਵੀ ਸਰੀਰ ਛੱਡੀਏ ਆਪਣਾ, ਕਿਉਂਕਿ ਤੁਹਾਡੇ ਤੋਂ ਬਿਨਾਂ ਇੱਥੇ ਸੋਗ ਹਰਖ ਵਿੱਚ ਜਿਉਣਾ ਕਠਿਨ ਲੱਗਦਾ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ ਸੀ, ਵੱਡੇ ਭਾਗਾਂ ਵਾਲੀਏ, ਤੇਰੇ ਵਰਗਾ ਹੋਰ ਦੁਨੀਆ ਤੇ ਕੋਈ ਨਹੀਂ ਹੈ। ਸਰੀਰ ਦੀ ਪ੍ਰਾਰਬਧ ਜਿੰਨੀ ਤੇਰੀ ਬਚਦੀ ਉਹਨੂੰ ਸਵਾਸਾਂ ਨੂੰ ਪੂਰੇ ਕਰ। ਇਹ ਬਚਨ ਕਰ ਦਿੱਤਾ ਸੀ ਵੀ ਤੈਨੂੰ ਹਰਖ ਸੋਗ ਕੋਈ ਵਿਆਪੇਗਾ ਨਹੀਂ। ਬਸ ਉਹ ਮਹਾਰਾਜ ਜੀ ਦੇ ਬਚਨ ਕਰਕੇ ਇੰਨੀ ਧੀਰਜ ਮਨ ਨੂੰ ਆਈ ਵੀ ਬੀਬੀ ਭਾਨੀ ਜੀ ਨੇ ਆਪਣੇ ਪਤੀ ਸਤਿਗੁਰੂ ਜੀ ਦੇ ਸਰੀਰ ਛੱਡ ਕੇ ਜਾਣ ਤੋਂ ਬਾਅਦ ਵੀ ਕੋਈ ਵਿਰਲਾਪ ਨਹੀਂ ਕੀਤਾ, ਕੋਈ ਆਪਣੀਆਂ ਅੱਖਾਂ ਵਿੱਚ ਪਾਣੀ ਨਹੀਂ ਆਉਣ ਦਿੱਤਾ। ਬੈਠੀ ਪਤੀ ਸਮੀਪੀ ਹੋਈ। ਕਹਿੰਦੇ ਜਿੱਥੇ ਚੌਥੇ ਪਾਤਸ਼ਾਹ ਜੀ ਦਾ ਸਰੀਰ ਸੀ ਇਸ ਵੇਲੇ ਪਿਆ ਹੋਇਆ, ਜਿਸ ਆਸਣ ਤੇ ਮਹਾਰਾਜ ਜੀ ਨੇ ਬਿਰਾਜਮਾਨ ਹੋ ਕੇ ਸਰੀਰ ਛੱਡਿਆ ਸੀ, ਬੀਬੀ ਭਾਨੀ ਜੀ ਬਿਲਕੁਲ ਉੱਥੇ ਕੋਲ ਹੋ ਕੇ ਬੈਠੇ ਹਨ। ਨਿਕਟ ਹੋਤੇ ਇੱਕ ਦੇਸ਼ ਜੁਗ ਭਰਾਤਾ। ਜਿਸ ਬੰਨੇ ਬੀਬੀ ਭਾਨੀ ਜੀ ਬੈਠੇ ਨੇ, ਉਸੇ ਪਾਸੇ ਨਾਲ ਹੀ ਉਹਨਾਂ ਦੇ ਦੋਨੋਂ ਭਰਾ ਬਾਬਾ ਮੋਹਨ ਤੇ ਬਾਬਾ ਮੋਰੀ ਜੀ ਬੈਠੇ ਹੋਏ ਹਨ। ਜਿਸ ਦੂਸਰ ਸ਼੍ਰੀ ਅਰਜਨ ਤਾਤਾ। ਦੂਸਰੇ ਪਾਸੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਇਹ ਸਾਰੇ ਗੁਰਮੁਖ ਪਿਆਰੇ ਬੈਠੇ ਹਨ। ਤੂਸ਼ਨ ਠਾਨ ਹਿਰਦੇ ਬਿਸਮਾਏ। ਕਹਿੰਦੇ ਨੇ ਸਾਰੇ ਚੁੱਪ ਕੀਤੇ ਨੇ ਤੇ ਹਿਰਦੇ ਵਿੱਚ ਉਦਾਂ ਹੈਰਾਨ ਹਨ ਸਾਰੇ ਜਾਣੇ। ਬਾਬਾ ਬੁੱਢਾ ਜੀ ਇਮ ਬਾ ਕੇ ਅਲਾਏ। ਫਿਰ ਜਦੋਂ ਚੁੱਪ ਕੀਤੇ ਰਹੇ ਥੋੜੀ ਦੇਰ ਸਾਰੇ ਜਾਣੇ, ਤਾਂ ਬਾਬਾ ਬੁੱਢਾ ਜੀ ਨੇ ਉੱਠ ਕੇ ਸਾਰਿਆਂ ਨੂੰ ਇਦਾਂ
ਆਖਿਆ ਜੀ। ਬੈਠਣ ਕਿਉਂ ਬਣ ਹੈ ਇਸ ਕਾਲ, ਬਾਬਾ ਜੀ ਨੇ ਆਖਿਆ ਭਾਈ ਇਦਾਂ ਕਿੰਨੀ ਕੁ ਦੇਰ ਆਪਾਂ ਬੈਠੇ ਰਵਾਂਗੇ। ਹੁਣ ਸਰੀਰ ਸੱਚੇ ਪਾਤਸ਼ਾਹ ਜੀ ਨੇ ਛੱਡ ਦਿੱਤਾ ਹੈ ਤੇ ਬਹੁਤੀ ਦੇਰ ਆਪਾਂ ਨੂੰ ਇਦਾਂ ਬੈਠੇ ਨਹੀਂ ਰਹਿਣਾ ਚਾਹੀਦਾ। ਹੋਏ ਉਚਿਤ ਕਿਰਤ ਕਰੋ ਵਿਸਾਲ, ਹੁਣ ਯੋਗ ਇਹ ਹੈ ਵੀ ਉੱਠ ਕੇ ਆਪਾਂ ਉਦਮ ਕਰੀਏ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰੀਏ। ਹੁਣ ਸਰੀਰ ਦੇ ਕੋਲ ਬਹੁਤੀ ਦੇਰ ਬੈਠਣਾ ਆਪਣਾ ਯੋਗ ਨਹੀਂ ਹੈ। ਕੁਤੋ ਦਰਸ ਗੁਰ ਪਾਸ਼ਲ ਸਮ, ਆਖਿਆ ਦੇਖੋ ਪਿਛਲੇ ਸਮੇਂ ਆਪਾਂ ਨੂੰ ਮਹਾਰਾਜ ਜੀ ਨੇ ਦਰਸ਼ਨ ਦਿੱਤੇ ਨੇ, ਪੂਰਾ ਉਪਦੇਸ਼ ਦਿੱਤਾ ਹੈ। ਸੱਚੇ ਪਾਤਸ਼ਾਹ ਜੀ ਨੇ ਜੋ ਧੀਰਜ ਵਾਲੇ ਬਚਨ ਕਹਿਣੇ ਸਨ ਆਪਾਂ ਸਾਰਿਆਂ ਨੇ ਸੁਣ ਲਏ ਨੇ। ਇਸ ਕਰਕੇ ਹੁਣ ਸਰੀਰ ਬਹੁਤੀ ਦੇਰ ਰੱਖਣ ਦਾ ਕੋਈ ਲਾਭ ਨਹੀਂ, ਅੰਤਮ ਸੰਸਕਾਰ ਕਰੀਏ ਮਹਾਰਾਜ ਜੀ ਦਾ। ਵੇਖੇ ਸੁਨੇ ਕਰ ਲੀ ਨਸਨਮ, ਕਹਿੰਦੇ ਆਪਾਂ ਸੁਣ ਲਿਆ, ਦਰਸ਼ਨ ਕਰ ਲਏ ਮਹਾਰਾਜ ਜੀ ਦੇ, ਨਮਸਕਾਰ ਕਰ ਲਈ, ਸਾਰਿਆਂ ਨੇ ਮੱਥਾ ਟੇਕ ਲਿਆ। ਫਿਰ ਹੁਣ ਆਪਾਂ ਨੂੰ ਇਉਂ ਸਰੀਰ ਰੱਖ ਕੇ ਬਹੁਤੀ ਦੇਰ ਬੈਠਣਾ ਨਹੀਂ ਚਾਹੀਦਾ। ਅਬ ਇਨਕੇ ਤਨ ਕੋ ਸੰਸਕਾਰ, ਬਾਬਾ ਜੀ ਨੇ ਆਖਿਆ ਉਦਮ ਕਰਕੇ ਉੱਠੋ ਸਾਰੇ ਜਾਣੇ, ਮਹਾਰਾਜ ਜੀ ਦੇ ਪਵਿੱਤਰ ਸਰੀਰ ਦਾ ਅੰਤਮ ਸੰਸਕਾਰ ਕਰੀਏ। ਕਰਹਿ ਹੋਏ ਸ਼੍ਰੀ ਅਰਜਨ ਤਿਆਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੁਸੀਂ ਤਿਆਰ ਕਰੋ। ਬਾਬਾ ਮੋਹਰੀ ਜੀ ਨੂੰ ਆਖਿਆ, ਬਾਬਾ ਬੁੱਢਾ ਜੀ ਨੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਾਲ ਲਓ, ਚੌਥੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕਰੀਏ। ਸਕਲ ਵਸਤ ਕੋ ਕਰੋ ਸਕੇਲ, ਤੇ ਬਾਬਾ ਜੀ ਨੇ ਇਹ ਵੀ ਆਖਿਆ ਵੀ ਜੋ ਅੰਤਮ ਸੰਸਕਾਰ ਵਾਸਤੇ ਵਸਤੂਆਂ ਚਾਹੀਦੀਆਂ ਨੇ, ਬਾਬਾ ਮੋਰੀ ਜੀ ਆਪ ਉਠੋ, ਸਾਰਾ ਕੁਝ ਤਿਆਰ ਕਰੋ ਤੁਸੀਂ। ਸਗਰੇ ਸਿੱਖ ਸੰਗਤ ਕਰ ਮੇਲ, ਤੇ ਸਾਰੀ ਸੰਗਤ ਨੂੰ ਨਾਲ ਲਓ ਇਸ ਕੰਮ ਵਾਸਤੇ। ਬਹੁ ਕੰਚਨ ਕੇ ਕੁਸਮ ਕਰਾਵੋ, ਕਹਿੰਦੇ ਨੇ ਫਿਰ ਉਸ ਵੇਲੇ ਗਰੀਬਾਂ ਵਿੱਚ ਦਾਨ ਕਰਨ ਵਾਸਤੇ, ਲੋੜਵੰਦਾਂ ਦੀ ਮਦਦ ਕਰਨ ਵਾਸਤੇ ਕੁਝ ਕੀਮਤੀ ਵਸਤੂਆਂ ਇਕੱਠੀਆਂ ਕੀਤੀਆਂ ਹਨ। ਜਿਉ ਤਿਲ ਚੰਦਨ ਕ੍ਰਿਤ ਅਨਾਵੋ, ਜੋ ਅੰਤਮ ਸੰਸਕਾਰ ਵਾਸਤੇ ਸਮੱਗਰੀ ਚਾਹੀਦੀ ਸੀ ਉਹ ਸਾਰੀ ਇਕੱਠੀ ਕੀਤੀ ਗਈ ਜੀ। ਬਹੁ ਧਨ ਸੰਗ ਬਿਮਾਨ ਬਨਾਵੋ, ਬਹੁਤ ਧਨ ਖਰਚ ਕੇ, ਪੈਸੇ ਲਾ ਕੇ ਬਹੁਤ ਹੀ ਸੁੰਦਰ ਚੌਥੇ ਪਾਤਸ਼ਾਹ ਜੀ ਦੇ ਵਾਸਤੇ ਵਿਮਾਨ ਤਿਆਰ ਕੀਤਾ, ਜਿਸ ਉੱਪਰ ਰੱਖ ਕੇ ਮਹਾਰਾਜ ਜੀ ਦਾ ਸਰੀਰ ਉਥੋਂ ਤੱਕ ਲੈ ਕੇ ਜਾਣਾ ਜਿੱਥੇ ਚਿਖਾ ਬਣਾ ਕੇ ਅੰਤਮ ਸੰਸਕਾਰ ਕੀਤਾ ਜਾਵੇਗਾ। ਪਸ਼ਮੰਬਰ ਬਹੁ ਮੇਲ ਮੋਲ ਲਿਆਵੋ, ਬਹੁਤ ਕੀਮਤੀ ਪਸ਼ਮੀਨੇ ਦੇ ਵਸਤਰ ਮੁੱਲ ਲਿਆਂਦੇ ਗਏ ਹਨ। ਕਾਸ਼ਟ ਸੰਚੈ ਨਰ ਲੈ ਜਾਵੋ, ਬਹੁਤ ਸਾਰੇ ਮਨੁੱਖਾਂ ਨੂੰ ਨਾਲ ਲੈ ਕੇ ਬਾਬਾ ਜੀ ਨੇ ਆਖਿਆ, ਬਾਬਾ ਮੋਹਰੀ ਜੀ ਚੰਦਨ ਦੀਆਂ ਲੱਕੜਾਂ ਦਾ ਪ੍ਰਬੰਧ ਕਰੋ, ਇਕੱਠੀਆਂ ਕਰੋ। ਤੀਰ ਬਿਪਾਸਾ ਪਾਸ ਪਹੁੰਚਾਵੋ, ਇਹ ਵੀ ਬਾਬਾ ਬੁੱਢਾ ਜੀ ਨੇ ਆਖ ਦਿੱਤਾ ਵੀ ਬਿਆਸ ਦਰਿਆ ਦੇ ਕਿਨਾਰੇ ਤੇ ਇਹ ਸਾਰੀਆਂ ਲੱਕੜਾਂ, ਸਾਰੀ ਸਮੱਗਰੀ ਆਪ ਤੁਸੀਂ ਉਦਮ ਕਰਕੇ ਪਹੁੰਚਾਵੋ ਉੱਥੇ। ਜਹ ਸ਼੍ਰੀ ਅਮਰਦਾਸ ਕੋ ਮੰਦਰ, ਜਿੱਥੇ ਪਹੁੰਚਾਵੋ ਜਿੱਥੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਦਿਉਰਾ ਸੀ, ਜਿੱਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਸੀ। ਬਾਬਾ ਬੁੱਢਾ ਜੀ ਨੇ ਆਖਿਆ, ਬਾਬਾ ਮੋਰੀ ਜੀ ਉੱਥੇ ਸਾਰੀਆਂ ਵਸਤੂਆਂ ਪਹੁੰਚਾਓ ਤੁਸੀਂ। ਸਭ ਕੋ ਰਚ ਹੈ ਸੋ ਥਲ ਹੈ ਸੁੰਦਰ, ਸਭ ਤੋਂ ਸੁੰਦਰ ਜਗ੍ਹਾ ਉਹੀ ਹੈ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕਰਨ ਵਾਸਤੇ। ਸੁਣ ਬਿਰਧ ਤੇ ਉੱਠ ਕਰ ਤਤਕਾਲ, ਕਹਿੰਦੇ ਬਾਬਾ ਬੁੱਢਾ ਜੀ ਕੋਲੋਂ ਸੁਣ ਕੇ ਤੇ ਬਾਬਾ ਮੋਹਰੀ ਜੀ ਉਸੇ ਵੇਲੇ ਉੱਠੇ ਜੀ। ਤੁਰਤ ਮੋਹਰੀ ਲੈ ਨਰ ਜਲ, ਬਹੁਤ ਸਾਰੇ ਕੁਝ ਗੁਰਮੁਖ ਪਿਆਰੇ ਸਿੱਖਾਂ ਨੂੰ ਨਾਲ ਲੈ ਲਿਆ ਬਾਬਾ ਮੋਹਰੀ ਜੀ ਨੇ। ਬਾਬਾ ਬੁੱਢਾ ਜੀ ਦੀ ਗੱਲ ਮੰਨ ਕੇ ਉੱਠ ਪਏ ਹਨ। ਇੱਕ ਇੱਕ ਸੇਵਾ ਪਰ ਨਰ ਗਨ ਕੋ, ਕਹਿੰਦੇ ਇੱਕ ਇੱਕ ਸੇਵਾ ਤੇ ਕਿੰਨੇ ਕਿੰਨੇ ਜਾਣਿਆਂ ਦੀ ਡਿਊਟੀ ਬਾਬਾ ਮੋਹਰੀ ਜੀ ਨੇ ਲਾ ਦਿੱਤੀ ਹੈ ਵੀ ਤੁਸੀਂ ਆਹ ਸੇਵਾ ਕਰਨੀ, ਤੁਸੀਂ ਇੰਨੇ ਜਾਣਿਆਂ ਨੇ ਆਹ ਸੇਵਾ ਕਰਨੀ, ਛੇਤੀ ਛੇਤੀ ਕਰੋ ਸਾਰਾ ਕੁਝ। ਕਰੇ ਖਰੇ ਕਹਿ ਸਭ ਹਨ ਕੋ, ਇਉਂ ਸਾਰਿਆਂ ਨੂੰ ਕਹਿ ਕੇ ਬਾਬਾ ਮੋਹਰੀ ਜੀ ਨੇ ਆਪ ਇੱਕ ਇੱਕ ਸੇਵਾ ਤੇ ਖੜੇ ਕੀਤਾ। ਕਿੰਨੇ ਕਿੰਨੇ ਸਿੱਖਾਂ ਦੀ ਡਿਊਟੀ ਲਗਾਈ ਹੈ ਜੀ। ਆਪ ਆਏ ਬਿਰਧ ਕੇ ਸੰਗ ਮਿਲ ਕੇ, ਆਪ ਡਿਊਟੀ ਉਹਨਾਂ ਦੀ ਲਗਾ ਕੇ ਸਿੱਖਾਂ ਦੀ, ਤੇ ਬਾਬਾ ਬੁੱਢਾ ਜੀ ਦੇ ਕੋਲ ਆ ਗਏ ਹਨ ਬਾਬਾ ਮੋਹਰੀ ਜੀ। ਸ਼੍ਰੀ ਅਰਜਨ ਕੇ ਸੰਗ ਸੋ ਰਲ ਕੇ, ਤੇ ਨਾਲ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਲੈ ਲਿਆ। ਦਦ ਸੋ ਸ਼ਮਸ਼ ਸੋ ਕੇਸ ਪਖਾਰੇ, ਫਿਰ ਸਤਿਗੁਰੂ ਜੀ ਦੇ ਪਾਵਨ ਪਿੱਤਰ ਸਰੀਰ ਦਾ ਜੋ ਮਰਿਆਦਾ ਹੈ ਇਸ਼ਨਾਨ ਕਰਵਾਇਆ। ਦਦ ਸੋ ਸ਼ਮਸ਼, ਸ਼ਮਸ਼ ਹੁੰਦਾ ਦਾੜਾ, ਦਦ ਦਹੀਂ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੇਸਾਂ ਦਾ ਇਸ਼ਨਾਨ ਕਰਵਾਇਆ ਗਿਆ ਜੀ। ਬਿਮਲ ਨੀਰ ਮੱਜੇ ਅੰਗ ਸਾਰੇ, ਤੇ ਬਹੁਤ ਨਿਰਮਲ ਪਾਣੀ ਲਿਆ ਕੇ ਨਿਰਮਲ ਜਲ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਰੀਰ ਦੇ ਅੰਗਾਂ ਦਾ ਇਸ਼ਨਾਨ ਕਰਵਾਇਆ ਹੈ। ਸੁੰਦਰ ਵਸਤਰ ਨਵੀਨ ਬਣਾਏ, ਬਹੁਤ ਸੁੰਦਰ ਵਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਹਿਨਾਏ ਗਏ ਹਨ। ਸਰਬ ਅੰਗ ਮਹਲੇ ਪਹਿਰਾਏ, ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਉੱਪਰ ਸੁੰਦਰ ਵਸਤਰ ਪਾਏ ਗਏ ਜੀ। ਤਬ ਲਗ ਆਏ ਬਰੁਚਰ ਬਿਮਾਨ, ਉਹਨੇ ਚਿਰ ਨੂੰ ਬਬਾਨ ਵੀ ਬਹੁਤ ਸੁੰਦਰ ਜਿਹੜਾ ਸੀ ਤਿਆਰ ਹੋ ਕੇ ਆ ਗਿਆ, ਜਿਸ ਉੱਪਰ ਮਹਾਰਾਜ ਜੀ ਦਾ ਸਰੀਰ ਲੈ ਕੇ ਜਾਣਾ ਸੀ। ਰਚਿਓ ਰੁਚਰ ਸ਼ੁਭ ਅੰਬਰ ਤਨ, ਬਹੁਤ ਸੁੰਦਰ ਬਬਾਨ ਤਿਆਰ ਕੀਤਾ ਤੇ ਉਹਦੇ ਉੱਪਰ ਵੀ ਇੱਕ ਜਿਵੇਂ ਚੰਦੋਵਾ ਬਣਾ ਕੇ ਤਾਣੀ ਦਾ, ਇਉਂ ਉਹਦੇ ਉੱਪਰ ਇੱਕ ਕੀਮਤੀ ਕੱਪੜਾ ਬਣਾ ਕੇ ਉੱਪਰ ਤਾਣਿਆ ਗਿਆ ਸੀ ਮਹਾਰਾਜ ਜੀ ਦੇ ਸਤਿਕਾਰ ਵਾਸਤੇ। ਫੂਲਨ ਮਾਲ ਵਿਸਾਲ ਬਣਾਈ, ਕਹਿੰਦੇ ਬਹੁਤ ਸੁੰਦਰ ਫੁੱਲਾਂ ਦੀਆਂ ਮਾਲਾ ਬਣਾਈਆਂ ਗਈਆਂ ਸਨ। ਚਾਹੋਂ ਦਿਸ਼ ਮਹਿ ਜਹ ਕੇ ਤੇ ਲਰਕਾਈ, ਫਿਰ ਉਸ ਸੁੰਦਰ ਬਬਾਨ ਦੇ ਚਾਰ ਚਫੇਰੇ ਫੁੱਲਾਂ ਦੀਆਂ ਮਾਲਾ ਨੂੰ
ਬੜੇ ਤਰੀਕੇ ਨਾਲ ਸੋਹਣੇ ਢੰਗ ਨਾਲ ਲਮਕਾ ਦਿੱਤਾ ਗਿਆ, ਨਾਲ ਲਗਾ ਦਿੱਤੀਆਂ ਗਈਆਂ ਉਹ ਮਾਲਾ। ਮਹਾ ਸੁਗੰਧ ਉਲੀਚਨ ਕਰੇ, ਕਹਿੰਦੇ ਬਹੁਤ ਸਾਰੀਆਂ ਸੁਗੰਧੀਆਂ ਛਿੜਕੀਆਂ ਗਈਆਂ ਹਨ ਵਾਤਾਵਰਨ ਨੂੰ ਸੁਗੰਧਿਤ ਕਰਨ ਵਾਸਤੇ। ਲਿਆਏ ਉਤਾਰਿਓ ਤਿਸ ਥਲ ਤਰੇ, ਬਹੁਤ ਛੇਤੀ ਨਾਲ ਇਹ ਸਾਰੀ ਸਮੱਗਰੀ ਦਾ ਪ੍ਰਬੰਧ ਕੀਤਾ ਗਿਆ ਜੀ। ਤਬ ਉਠਾਏ ਸਤਿਗੁਰ ਪਉ ਢਾਏ, ਕਹਿੰਦੇ ਨੇ ਫਿਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਸਰੀਰ ਚੱਕ ਕੇ ਜਿਹੜਾ ਸੁੰਦਰ ਵਿਮਾਨ ਤਿਆਰ ਕਰਕੇ ਲਿਆਂਦਾ ਸੀ ਉਸ ਉੱਤੇ ਟਿਕਾ ਦਿੱਤਾ ਜੀ। ਪਸ਼ਮੰਬਰ ਕੋ ਪਰ ਪਾਏ, ਤੇ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਵੀ ਫਿਰ ਪਸ਼ਮੀਨੇ ਦੇ ਸੁੰਦਰ ਵਸਤਰ ਰੱਖੇ ਗਏ। ਸਿੱਖ ਸੰਗਤ ਮਿਲ ਕੇ ਸਮੁਦਾਏ, ਸਾਰੀਆਂ ਸਿੱਖ ਸੰਗਤਾਂ ਇਕੱਠੀਆਂ ਹੋਈਆਂ ਹਨ ਉਸ ਵੇਲੇ। ਅੰਜਲ ਫੂਲਨ ਕੇ ਬਰਖਾਏ, ਕੀ ਕੀਤਾ ਸੰਗਤਾਂ ਨੇ ਇਕੱਠੇ ਹੋ ਕੇ ਬਹੁਤ ਸੁੰਦਰ ਫੁੱਲਾਂ ਦੀ ਵਰਖਾ ਕੀਤੀ, ਬੁੱਕ ਭਰ ਭਰ ਕੇ ਸੱਚੇ ਪਾਤਸ਼ਾਹ ਜੀ ਦੇ ਵਿਮਾਨ ਤੇ ਪਾਏ ਹਨ। ਜੈ ਜੈਕਾਰ ਊਚ ਧੁਨ ਹੋਵਾ, ਕਹਿੰਦੇ ਜਦੋਂ ਚੌਥੇ ਪਾਤਸ਼ਾਹ ਜੀ ਦਾ ਸਰੀਰ ਲੈ ਕੇ ਚੱਲਣ ਲੱਗੇ ਸੰਸਕਾਰ ਵਾਸਤੇ, ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦੀ ਜੈ ਜੈਕਾਰ ਕੀਤੀ ਜੀ। ਮਨੁ ਬਿਮਾਨ ਸਵਰਗ ਕੋ ਜੋਵਾ, ਐਉਂ ਸਮਝ ਲਓ ਵੀ ਜਿਵੇਂ ਇਹ ਵਿਮਾਨ ਸਵਰਗਾਂ ਵਿੱਚੋਂ ਕਿਤੇ ਆਇਆ ਹੋਵੇ, ਇੰਨੀ ਸੁੰਦਰਤਾ ਸੀ ਉਸ ਵੇਲੇ ਵਿਮਾਨ ਦੀ ਜੀ। ਸਭ ਦੇਵਤੇ ਫੁੱਲ ਬਰਸਾਉਂਦੇ, ਗੁਰੂ ਰਾਮਦਾਸ ਤੇਰੀ ਜੈ ਹੋਵੇ। ਸਭ ਦੇਵਤੇ ਫੁੱਲ ਬਰਸਾਉਂਦੇ, ਗੁਰੂ ਰਾਮਦਾਸ ਤੇਰੀ ਜੈ ਹੋਵੇ। ਸਾਰੇ ਦੇਵਤਿਆਂ ਨੇ ਜੈ ਜੈਕਾਰ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਉਹਨਾਂ ਨੇ ਆਪਣੇ ਆਪ ਵਿੱਚ ਅਦ੍ਰਿਸ਼ ਤਰੀਕੇ ਨਾਲ ਫੁੱਲਾਂ ਦੀ ਵਰਖਾ ਕੀਤੀ, ਸੰਗਤਾਂ ਨੇ ਦ੍ਰਿਸ਼ਟਮਾਨ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਜੀ ਦੇ ਵਿਮਾਨ ਤੇ ਫੁੱਲਾਂ ਦੀ ਵਰਖਾ ਕੀਤੀ ਜੀ। ਸ੍ਰੀ ਅਰਜਨ ਕੋ ਆਗੈ ਕਰੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਮੋਹਰੀ ਜੀ ਨੇ ਨਾਲ ਅੱਗੇ ਲੈ ਲਿਆ ਹੈ। ਲੀਨ ਉਠਾਏ ਕੰਧ ਪਰ ਤੇ ਧਰੇ, ਫਿਰ ਚਾਰ ਗੁਰਮੁਖਾਂ ਨੇ ਕੰਧ ਮੋਢੇ ਨੂੰ ਕਹਿੰਦੇ ਨੇ, ਮੋਢਿਆਂ ਉੱਪਰ ਉਹ ਸੁੰਦਰ ਵਿਮਾਨ ਉਠਾ ਲਿਆ ਜਿਸ ਉੱਤੇ ਚੌਥੇ ਪਾਤਸ਼ਾਹ ਜੀ ਦਾ ਪਵਿੱਤਰ ਸਰੀਰ ਟਿਕਾਇਆ ਹੋਇਆ ਸੀ। ਕਰੇ ਆਪਨ ਪਉ ਸਫਲ ਵਿਸ਼ਾਲ, ਕਿਉਂ ਕਹਿੰਦੇ ਨੇ ਕਰੇ ਆਪਣ ਪਾਉ ਸਫਲ। ਹੁਣ ਆਪਣਾ ਆਪਾ ਸੇਵਾ ਕਰਕੇ ਸਫਲ ਕਰਨਾ ਚਾਹੁੰਦੇ ਨੇ, ਕਿਉਂਕਿ ਚੌਥੇ ਪਾਤਸ਼ਾਹ ਜੀ ਦੀ ਸਰੀਰ ਕਰਕੇ ਇਹ ਅੰਤਮ ਯਾਤਰਾ ਹੈ। ਇਸ ਲਈ ਸਾਰੇ ਗੁਰਮੁਖਾਂ ਨੇ ਆਖਿਆ ਜੀ ਥੋੜਾ ਥੋੜਾ ਸਾਨੂੰ ਇਹ ਮਹਾਰਾਜ ਦੇ ਵਿਮਾਨ ਨੂੰ ਮੋਢਾ ਲਾ ਲੈਣ ਦਿਓ, ਕਿਉਂਕਿ ਅਸੀਂ ਵੀ ਆਪਣਾ ਸਮਾਂ ਆਪਣਾ ਸਰੀਰ ਸਫਲਾ ਕਰਨਾ ਚਾਹੁੰਦੇ ਹਾਂ। ਲਗੇ ਬਿਮਾਨ ਸਾਥ ਸਿੱਖ ਜਲ, ਕਹਿੰਦੇ ਬਹੁਤ ਸਾਰੇ ਸਿੱਖ ਫਿਰ ਜਾਲਾ ਹੁੰਦੇ ਜਿਆਦੇ, ਵੱਧ ਤੋਂ ਵੱਧ ਸਿੱਖ ਜਿਹੜੇ ਸੀ ਉਹ ਮਹਾਰਾਜ ਜੀ ਦੇ ਵਿਮਾਨ ਨੂੰ ਮੋਢਾ ਦੇ ਰਹੇ ਹਨ। ਚਾਮੀ ਕਰਕੇ ਕੁਸਮ ਬਣਾਏ, ਕਹਿੰਦੇ ਕੁਝ ਸੋਨੇ ਦੇ ਛੋਟੇ ਛੋਟੇ ਫੁੱਲ ਤਿਆਰ ਕੀਤੇ ਗਏ ਜੀ। ਲਾਜਾ ਮਹਿ ਮਿਲਾਏ ਬਿਰਖਾਏ, ਲਾਜਾ ਫੁੱਲੀਆਂ ਨੂੰ ਕਹਿੰਦੇ ਹਨ। ਕਹਿੰਦੇ ਫੁੱਲਾਂ ਦੀ ਫੁੱਲੀਆਂ ਦੀ ਵਰਖਾ ਕੀਤੀ ਗਈ ਹੈ। ਅਪਰ ਦਰਬ ਉਪਰ ਬਹੁ ਢਾਰਤ, ਉਹ ਸਾਰਾ ਧਨ ਉਸ ਵੇਲੇ ਲੋੜਵੰਦਾਂ ਨੂੰ ਗਰੀਬਾਂ ਨੂੰ ਦਿੱਤਾ ਗਿਆ ਹੈ। ਸ੍ਰੀ ਸਤਿਗੁਰ ਜੀ ਧੰਨ ਉਚਾਰਤ, ਸਾਰੇ ਸਤਿਗੁਰੂ ਜੀ ਨੂੰ ਧੰਨ 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 ਕਹਿ ਰਹੇ ਹਨ। ਬਹੁ ਬੈਰਾਗ ਪਠਬੇ ਜਿਨ ਆਵਤ, ਕਹਿੰਦੇ ਨੇ ਕੁਝ ਐਸੇ ਸ਼ਬਦਾਂ ਦਾ ਕੀਰਤਨ ਹੋ ਰਿਹਾ ਸੀ, ਬਹੁ ਬਰਾਗ ਪਠਵੇ ਜਨਿਆਵਤ, ਜਿਨ੍ਹਾਂ ਦੇ ਪੜਨ ਕਰਕੇ ਮਨ ਵਿੱਚ ਬਰਾਗ ਆ ਜਾਵੇ। ਕਿਉਂਕਿ ਗੁਰੂ ਕੀ ਬਾਣੀ ਦੇ ਸਾਧ ਸੰਗਤ ਜੀ ਬਹੁਤ ਬਰਾਗਮਈ ਸ਼ਬਦ ਹਨ, ਤਾੜਨਾ ਵਾਲੇ ਸ਼ਬਦ ਵੀ ਹੈਗੇ ਨੇ, ਬੇਨਤੀਆਂ ਦੇ ਸ਼ਬਦ ਵੀ ਨੇ ਮਹਾਰਾਜ ਜੀ ਦੇ। ਉਸ ਵੇਲੇ ਰਾਗੀ ਸਿੰਘਾਂ ਨੇ ਰਬਾਬੀ ਸਿੰਘਾਂ ਨੇ ਸਤਿਗੁਰੂ ਜੀ ਦੀ ਬਾਣੀ ਦੇ ਬਰਾਗ ਵਾਲੇ ਸ਼ਬਦ ਪੜ੍ਹੇ ਜੀ। ਸੋ ਤਬ ਸ਼ਬਦ ਰਬਾਬੀ ਗਾਵਤ, ਕਹਿੰਦੇ ਰਬਾਬੀ ਉਸ ਵੇਲੇ ਇਹਨਾਂ ਬਰਾਗ ਵਾਲੇ ਸ਼ਬਦਾਂ ਦਾ ਕੀਰਤਨ ਕਰਦੇ ਪਏ, ਗਾਉਂਦੇ ਪਏ ਹਨ। ਖੜੇ ਹੋਏ ਪੌੜੀ ਜਬ ਲਾਵਤ, ਤੇ ਜਦੋਂ ਪੌੜੀ ਲਾਉਂਦੇ ਨੇ ਰਾਗੀ ਸਿੰਘ ਖੜ ਜਾਂਦੇ ਨੇ, ਤੁਰੇ ਜਾਂਦੇ ਵਿਮਾਨ ਦੇ ਅੱਗੇ ਅੱਗੇ ਕੀਰਤਨ ਕਰਦੇ। ਮਰਿਆਦਾ ਉਦਾਂ ਇਹੀ ਸਾਧ ਸੰਗਤ ਜੀ, ਪਰ ਸਾਰਾ ਕੁਝ ਕਈ ਵਾਰ ਕਰ ਨਹੀਂ ਸਕਦੇ ਹੁੰਦੇ ਆਪਾਂ ਸਮਾਜਿਕ ਲੋਕ। ਜਦੋਂ ਵੀ ਕਿਸੇ ਗੁਰਸਿੱਖ ਨੇ ਸਰੀਰ ਛੱਡਿਆ ਹੋਵੇ ਤੇ ਉਹਦੇ ਅੱਗੇ ਪਹਿਲਾਂ ਕੀਰਤਨ ਕੀਤਾ ਜਾਂਦਾ। ਦੋ ਜਣਿਆਂ ਨੇ ਵਾਜਾ ਚੱਕਿਆ ਹੁੰਦਾ, ਜੋੜੀ ਚੱਕਣ ਵਾਲੇ ਗੁਰਮੁਖ ਹੋਰ ਹੁੰਦੇ ਨੇ ਤੇ ਵਜਾਉਣ ਵਾਲਿਆਂ ਨਾਲ ਵਜਾਈ ਜਾਣਾ। ਜਦੋਂ ਪੌੜੀ ਲਾਉਣੀ ਉਦੋਂ ਖੜ ਜਾਣਾ ਤੇ ਫਿਰ ਤੁਰ ਪੈਣਾ, ਫਿਰ ਮਗਰ ਵਿਮਾਨ ਤੁਰ ਪੈਣਾ। ਇਦਾਂ ਕੀਤਾ ਜਾਂਦਾ, ਆਪਾਂ ਦੇਖਿਆ ਕਈਆਂ ਥਾਵਾਂ ਤੇ। ਸੋ ਇਦਾਂ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਦੇ ਮੋਹਰੇ ਰਬਾਬੀ ਸਿੰਘ ਕੀਰਤਨ ਕਰਦੇ ਜਾਂਦੇ ਨੇ, ਤੇ ਪਰ ਜਦੋਂ ਪੌੜੀ ਲਾਉਂਦੇ ਆ ਉਦੋਂ ਖੜ ਕੇ ਲਾਉਂਦੇ ਹਨ ਜੀ। ਬਹੁਤ ਬੈਰਾਗ ਪਿਆ ਦਰਸ਼ਨ ਦੇਖਣੇ ਕੋ ਚਾਉ, ਦਰਸ਼ਨ ਦੇਖਣੇ ਕੋ ਚਾਉ, ਬਹੁਤ ਬੈਰਾਗ ਪਿਆ। ਬਹੁਤ ਜ਼ਿਆਦਾ ਬਰਾਗੀ ਮਨ ਹੈ ਉਸ ਵੇਲੇ ਸੰਗਤਾਂ ਦਾ, ਕਿਉਂਕਿ ਸ਼ਬਦਾਂ ਦਾ ਜਦੋਂ ਬਰਾਗਮਈ ਸ਼ਬਦਾਂ ਦਾ ਕੀਰਤਨ ਹੋਵੇਗਾ ਤੇ ਸਧਾਰਨ ਜੀ ਗੱਲ ਹੈ ਵੀ ਬਰਾਗ ਆਵੇਗਾ ਸੁਣ ਕੇ, ਕਿਉਂਕਿ ਸੱਚੇ ਪਾਤਸ਼ਾਹ ਜੀ ਨੇ ਸਰੀਰ ਛੱਡ ਦਿੱਤਾ। ਇਹ ਅੰਤਮ ਦਰਸ਼ਨ ਨੇ ਉਹਨਾਂ ਦੇ ਸਰੀਰ ਦੇ। ਫਿਰ ਬਰਾਗਮਈ ਸ਼ਬਦਾਂ ਦਾ ਕੀਰਤਨ ਹੋ ਰਿਹਾ ਹੈ। ਇਹਨਾਂ ਦਰਸ਼ਨਾਂ ਨੂੰ ਸਮਝ ਲਓ ਆਪਣੇ ਨੇਤਰਾਂ 'ਚ ਸੰਗਤ ਵਸਾਉਣਾ ਚਾਹੁੰਦੀ ਹੈ। ਬੜੇ ਬਰਾਗੀ ਹੈ ਇਸ ਵੇਲੇ ਮਨ। ਸੰਗਤ ਸੰਗ ਹਜ਼ਾरों ਚਾਲਤ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਚੌਥੇ ਪਾਤਸ਼ਾਹ ਜੀ ਦੇ ਸਰੀਰ ਦੇ ਪਿੱਛੇ ਤੁਰੀ ਜਾ ਰਹੀ ਹੈ ਜੀ। ਲਾਜਾ ਫੂਲ ਦਰਬ ਕੋ ਡਾਲਤ, ਬਹੁਤ ਸਾਰੀ ਫੁੱਲਾਂ ਦੀ ਵਰਖਾ ਹੋ ਰਹੀ ਹੈ ਤੇ ਗਰੀਬਾਂ ਦੀ ਮਦਦ ਵੀ ਕੀਤੀ ਜਾ ਰਹੀ ਜੀ। ਚਮਰ ਚਾਰ ਢੋਰਤ ਦਿਸ਼ ਹੋ ਦੋਏ, ਦੋਨਾਂ ਪਾਸਿਆਂ ਤੇ ਵਿਮਾਨ ਦੇ ਇੱਕ ਪਾਸੇ ਇੱਕ ਜਾਣਾ ਤੇ ਦੂਸਰੇ ਪਾਸੇ ਦੂਸਰਾ ਜਾਣਾ, ਦੋ ਚੌਰ ਸਾਹਿਬ ਲੈ ਕੇ ਮਹਾਰਾਜ ਜੀ ਦੇ ਸਰੀਰ ਉੱਪਰ
ਚੌਰ ਕੀਤਾ ਜਾ ਰਿਹਾ ਸੁੰਦਰ ਤਰੀਕੇ ਨਾਲ। ਉਹ ਜਲਮਨ ਹੋ ਹੰਸ ਹੀ ਹੋਏ। ਐਉਂ ਸਮਝ ਲਓ ਵੀ ਜਿਵੇਂ ਉਹ ਚਿੱਟੇ ਰੰਗ ਦੇ ਚੌਰ, ਜਿਵੇਂ ਹੰਸ ਇੱਕ ਵਾਰ ਇਧਰੋਂ ਜਾਂਦੇ ਨੇ ਦੂਜੇ ਵਾਰ ਉਧਰੋਂ ਆ ਜਾਂਦੀ ਹੰਸਾਂ ਦੀ ਡਾਰ, ਏਦਾਂ ਸੁੰਦਰ ਚੌਰ ਮਹਾਰਾਜ ਜੀ ਦੇ ਸਰੀਰ ਤੇ ਹੋ ਰਿਹਾ ਕਿ ਸਤਿਗੁਰੂ ਜੀ ਚਵਰ ਛਤਰ ਤਖਤ ਦੇ ਮਾਲਕ ਨੇ, ਇਸ ਲਈ ਸਰੀਰ ਤੇ ਚੌਰ ਕੀਤਾ ਜਾ ਰਿਹਾ ਜੀ। ਸ੍ਰੀ ਗੁਰੂ ਅਮਰ ਦੇਹੋ ਰਾਜਹਾਂ। ਕਹਿੰਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਅੰਤਮ ਸੰਸਕਾਰ ਕੀਤਾ ਸੀ, ਉੱਥੇ ਦੇਵਰਾ ਜਿੱਥੇ ਸੱਚੇ ਪਾਤਸ਼ਾਹ ਜੀ ਦਾ ਉਹ ਸਥਾਨ ਬਣਿਆ ਹੋਇਆ ਸੀ। ਹਿਮ ਕਰਤੇ ਪਹੁੰਚਤ ਭੇ ਤਹਾਂ। ਏਦਾਂ ਮਹਾਰਾਜ ਜੀ ਦੇ ਸਰੀਰ ਨਾਲ ਸ਼ਬਦ ਗਾਉਂਦੇ ਹੋਏ, ਚੌਰ ਸਾਹਿਬ ਕਰਦੇ ਹੋਏ ਸੰਗਤਾਂ ਉੱਥੇ ਲੈ ਕੇ ਸੱਚੇ ਪਾਤਸ਼ਾਹ ਜੀ ਦੇ ਸਰੀਰ ਨੂੰ ਪਹੁੰਚੀਆਂ ਨੇ। ਪ੍ਰੇਮ ਅਦਕ ਸ੍ਰੀ ਸਤਿਗੁਰ ਕੇਰਾ। ਬਹੁਤ ਜ਼ਿਆਦਾ ਪ੍ਰੇਮ ਸਾਰਿਆਂ ਦੇ ਮਨ ਵਿੱਚ ਹੈ ਸਤਿਗੁਰੂ ਜੀ ਦੇ ਚਰਨਾਂ ਦਾ। ਸਭਨ ਬਲੋਚਨ ਤੇ ਜਲ ਗੇਰਾ। ਦੇਖਿਆ ਭਾਵੇਂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਪਰ ਫਿਰ ਵੀ ਸਾਰਿਆਂ ਦੇ ਨੇਤਰ ਸਾਧ ਸੰਗਤ ਜੀ ਗਿੱਲੇ ਸਨ। ਇਹ ਕੋਈ ਉਸ ਵੇਲੇ ਦੁੱਖ ਦਾ ਰੋਣਾ ਨਹੀਂ ਹੁੰਦਾ। ਪ੍ਰੇਮ ਕਰਕੇ ਵੀ ਮਨ ਚ ਸਾਧ ਸੰਗਤ ਜੀ ਇਹ ਬਰਾਕ ਕਰਕੇ ਵੀ ਅੱਖਾਂ ਗਿੱਲੀਆਂ ਹੋ ਜਾਂਦੀਆਂ ਹੁੰਦੀਆਂ, ਪ੍ਰੇਮ ਕਰਕੇ ਵੀ ਹੋ ਜਾਂਦੀਆਂ ਹੁੰਦੀਆਂ। ਇਸ ਵੇਲੇ ਜਿਹੜੀਆਂ ਸਿੱਖਾਂ ਦੀਆਂ ਅੱਖਾਂ ਗਿੱਲੀਆਂ ਨੇ ਸੱਚੇ ਪਾਤਸ਼ਾਹ ਜੀ ਦੇ ਪ੍ਰੇਮ ਕਰਕੇ ਹਨ। ਤੀਰ ਬਿਪਾਸਾ ਪਾਸ ਉਤਾਰੇ। ਤੀਰ ਕਿਨਾਰੇ ਨੂੰ ਕਹਿੰਦੇ ਬਿਪਾਸਾ ਬਿਆਸ ਨੂੰ। ਬਿਆਸ ਦਰਿਆ ਦੇ ਕਿਨਾਰੇ ਤੇ ਜਿੱਥੇ ਤੀਸਰੇ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਕੀਤਾ ਸੀ, ਉੱਥੇ ਜਾ ਕੇ ਚੌਥੇ ਪਾਤਸ਼ਾਹ ਜੀ ਦੇ ਸਰੀਰ ਦਾ ਬਬਾਨ ਰੱਖ ਦਿੱਤਾ ਜੀ। ਚੌਂ ਦਿਸ ਮਹਿ ਨਰ ਗਨ ਪਰਵਾਰ। ਕਹਿੰਦੇ ਚਾਰ ਚਫੇਰੇ ਮਹਾਰਾਜ ਜੀ ਦੇ ਇਸ ਸਰੀਰ ਦੇ ਸੰਗਤਾਂ ਜੁੜੀਆਂ ਹਨ। ਪਰਿਵਾਰੇ ਦਾ ਅਰਥ ਹੁੰਦਾ ਚਾਰ ਚਫੇਰਾ। ਚਾਰ ਚਫੇਰੇ ਕਿਉਂਕਿ ਸੰਗਤ ਜ਼ਿਆਦਾ ਸੀ, ਇਉਂ ਚਾਰ ਚਫੇਰੇ ਖੜ ਗਈ ਸਾਰੀ ਸੰਗਤ। ਬ੍ਰਿੰਦ ਸੰਖ ਬਾਜ ਤਬਹ ਬਾਰੀ। ਬਹੁਤ ਸਾਰੇ ਸੰਖ ਵੱਜੇ ਉਸ ਵੇਲੇ ਜੀ। ਸਭ ਮਿਲ ਕਰ ਤਹ ਚਿਖਾ ਸੁਧਾਰੀ। ਸਾਰੇ ਸ਼੍ਰੋਮਣੀ ਸਿੱਖਾਂ ਨੇ ਰਲ ਕੇ, ਹਜੂਰੀ ਸਿੱਖਾਂ ਨੇ ਰਲ ਕੇ ਤੇ ਬਹੁਤ ਸੁੰਦਰ ਚਿਖਾ ਤਿਆਰ ਕੀਤੀ ਹੈ। ਬਹੁ ਚੰਦਨ ਤੇ ਉੱਚੀ ਕਰਕੇ। ਕਹਿੰਦੇ ਨੇ ਚੰਦਨ ਦੀਆਂ ਲੱਕੜਾਂ ਦੀ ਉੱਚੀ ਕਰਕੇ ਇੱਕ ਵੱਡੀ ਚਿਖਾ ਸੱਚੇ ਪਾਤਸ਼ਾਹ ਜੀ ਦੇ ਸਰੀਰ ਵਾਸਤੇ ਤਿਆਰ ਕੀਤੀ ਗਈ। ਸਤਿਗੁਰ ਕੋ ਸਰੀਰ ਵਿੱਚ ਧਰ ਕੇ। ਫਿਰ ਬੜੇ ਅਦਬ ਨਾਲ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸਰੀਰ ਉਸ ਚਿਖਾ ਵਿੱਚ ਰੱਖਿਆ ਗਿਆ। ਸ੍ਰੀ ਅਰਜਨ ਜੀ ਲਿ ਅਗਨੀ ਹਾਥ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਹੱਥ ਵਿੱਚ ਚੰਡਾ ਦਿੱਤਾ। ਬਾਬਾ ਮੋਹਰੀ ਜੀ ਨੇ ਆਖਿਆ ਵੀ ਇਹ ਆ ਤੁਸੀਂ ਫੜੋ ਜੀ, ਤੇ ਇਹ ਚੰਡਾ ਮਹਾਰਾਜ ਜੀ ਦੇ ਸਰੀਰ ਦਾ ਤੁਸੀਂ ਲਾਉਣਾ ਹੈ। ਪ੍ਰੇਮਾ ਤੁਰ ਹੋਏ ਆਂਸੂ ਸ਼ੋਰੇ। ਜਿਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਨੇ ਪਿਤਾ ਸਤਿਗੁਰੂ ਜੀ ਦੇ ਸਰੀਰ ਨੂੰ ਸਾਧ ਸੰਗਤ ਜੀ ਅਗਨੀ ਵਿਖਾਈ, ਤੇ ਪੰਜਵੇਂ ਪਾਤਸ਼ਾਹ ਜੀ ਦੇ ਨੇਤਰ ਵੀ ਗਿੱਲੇ ਹੋ ਗਏ। ਬਿਰਧ ਨੇ ਭਨਿਉ ਦੇਖ ਕਰਨਨ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਗਿੱਲੇ ਨੇਤਰ ਦੇਖ ਕੇ, ਭਿੱਜੀਆਂ ਹੋਈਆਂ ਅੱਖਾਂ ਦੇਖ ਕੇ, ਤੇ ਬਾਬਾ ਬੁੱਢਾ ਜੀ ਇਦਾਂ ਆਖਣ ਲੱਗੇ, ਸਿਮਰੋ ਕਿਉ ਨਹਿ ਸਤਿਗੁਰ ਬੈਨ। ਆਖਿਆ ਭਾਈ ਨਾ ਕੋਈ ਬਰਾਗ ਨਾ ਕਰੋ, ਚੌਥੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਕਿਉਂ ਨਹੀਂ ਚੇਤੇ ਕਰਦੇ। ਮਹਾਰਾਜ ਜੀ ਨੇ ਆਖਿਆ ਸੀ ਬਾਣੀ ਪੜ੍ਹਨੀ, ਕੀਰਤਨ ਸੁਣਨਾ ਸੁਣਾਉਣਾ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ, ਕਿਸੇ ਨੇ ਬਹੁਤਾ ਬਰਾਗ ਨਹੀਂ ਕਰਨਾ ਹੈ। ਇਨਕੇ ਪਾਛਹਿ ਕਰੋ ਆਨੰਦ। ਤੇ ਫਿਰ ਇਹ ਵੀ ਆਖਿਆ ਸੀ ਉਹਨਾਂ ਨੇ ਕਿ ਸਾਡੇ ਜਾਣ ਤੋਂ ਬਾਅਦ ਆਨੰਦ ਦੀ ਅਵਸਥਾ 'ਚ ਹੀ ਰਹਿਣਾ, ਵਰਲਾਪ ਨਹੀਂ ਕਰਨਾ ਕਿਸੇ ਨੇ। ਕਥਾ ਕੀਰਤਨ ਭਜਨ ਮੁਕੰਦ। ਇਹ ਵੀ ਮਹਾਰਾਜ ਜੀ ਨੇ ਆਖਿਆ ਸੀ ਕਥਾ ਕੀਰਤਨ ਦਾ ਪ੍ਰਵਾਹ ਚਲਾਉਣਾ, ਭਜਨ ਬੰਦਗੀ ਕਰਨੀ ਹੈ, ਉਹੀ ਧੀਰਜ ਦਿੰਦੀ ਹੁੰਦੀ ਮਨ ਨੂੰ। ਜਿਸ ਤੇ ਹੋਏ ਸਭਨ ਕਲਿਆਣ। ਜਿਸ ਕਰਕੇ ਸਾਰਿਆਂ ਦੀ ਕਲਿਆਣ ਹੁੰਦੀ ਭਾਈ। ਉਹ ਕਥਾ ਕੀਰਤਨ ਕੋਈ ਗੁਰੂ ਰਾਮਦਾਸ ਸਾਹਿਬ ਜੀ ਵਾਸਤੇ ਨਹੀਂ ਸੀ ਹੋਣਾ, ਬਾਕੀ ਸੰਗਤਾਂ ਵਾਸਤੇ ਹੋਣਾ ਸੀ, ਕਿਉਂਕਿ ਬਾਕੀਆਂ ਦਾ ਭਲਾ ਕਰਨਾ ਹੁੰਦਾ ਹੈ। ਕਰਨ ਉਚਿਤ ਇਮ ਜੋ ਹਿਤਮਾਨ। ਬਾਬਾ ਬੁੱਢਾ ਜੀ ਨੇ ਆਖਿਆ ਭਾਈ ਜਿਹੜੇ ਤੁਸੀਂ ਪ੍ਰੇਮ ਕਰਦੇ ਜੇ ਮਹਾਰਾਜ ਚੌਥੇ ਪਾਤਸ਼ਾਹ ਜੀ ਨਾਲ, ਤੁਹਾਡੇ ਵਾਸਤੇ ਇਹੀ ਯੋਗ ਹੈ ਵੀ ਸੱਚੇ ਪਾਤਸ਼ਾਹ ਜੀ ਨੇ ਜੋ ਆਖਿਆ ਸੀ ਉਦਾਂ ਕਰੀਏ ਆਪਾਂ। ਸਭ ਹਨ ਸੋ ਕਹਿ ਧੀਰਜ ਦੀਨ। ਸਾਰਿਆਂ ਨੂੰ ਕਹਿ ਕੇ ਬਾਬਾ ਬੁੱਢਾ ਜੀ ਨੇ ਬਹੁਤ ਧੀਰਜ ਦਿੱਤਾ ਜੀ। ਦੀਨ ਮਨੇ ਬਹੁ ਸ਼ੋਕ ਅਧੀਨ। ਕਹਿੰਦੇ ਦੀਨ ਮਨੇ ਹੁੰਦਾ ਉਦਾਸੀ। ਕਹਿੰਦੇ ਠੀਕ ਹੈ ਬਾਬਾ ਬੁੱਢਾ ਜੀ ਦੇ ਕਹਿਣ ਕਰਕੇ ਧੀਰਜ ਤਾਂ ਸੰਗਤਾਂ ਨੇ ਕਰ ਲਿਆ, ਪਰ ਫਿਰ ਵੀ ਚਿਹਰਿਆਂ ਤੇ ਉਦਾਸੀ ਜ਼ਰੂਰ ਸੀ। ਤੇ ਇਹ ਸਾਧ ਸੰਗਤ ਜੀ ਪ੍ਰੇਮ ਦੀ ਉਦਾਸੀ ਹੁੰਦੀ ਵੀ ਸਰੀਰ ਕਰਕੇ ਅੰਤਮ ਦਰਸ਼ਨ ਨੇ। ਉਵੇਂ ਤਾਂ ਗੁਰੂ ਸਾਹਿਬ ਨੇ ਕਿੱਥੇ ਜਾਣਾ ਹੁੰਦਾ। ਮਹਾਰਾਜ ਤਾਂ ਜਿਵੇਂ ਪਰਮੇਸ਼ਰ ਸਰਬਵਿਆਪੀ ਹੈ, ਗੁਰੂ ਸਾਹਿਬ ਸਰਬਵਿਆਪੀ ਨੇ, ਪਰ ਇਹ ਵੀ ਸੱਚੀ ਹਕੀਕਤ ਹੀ ਹੈ ਵੀ ਸਰੀਰ ਕਰਕੇ ਫਿਰ ਦਰਸ਼ਨ ਨਹੀਂ ਹੋਣੇ। ਜਿਸ ਕਰਕੇ ਸਾਰਿਆਂ ਦੇ ਚਿਹਰੇ ਤੇ ਉਦਾਸੀ ਹੈ। ਗੁਰ ਸਰੀਰ ਨੀਕੇ ਸੰਸਕਾਰ। ਬਹੁਤ ਚੰਗੇ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦਾ ਸੰਸਕਾਰ ਕੀਤਾ ਜੀ। ਫੇਰ ਬਿਪਾਸਾ ਰੁਚਿਰ ਕਿਨਾਰ। ਬਹੁਤ ਸੁੰਦਰ ਕਿਨਾਰਾ ਬਿਆਸ ਦਰਿਆ ਦਾ ਦੇਖ ਕੇ ਉੱਥੇ ਹੀ ਤੀਸਰੇ ਪਾਤਸ਼ਾਹ ਜੀ ਦਾ ਕੀਤਾ ਸੀ, ਤੇ ਉਸੇ ਸੁੰਦਰ ਜਗ੍ਹਾ ਤੇ ਚੌਥੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ। ਸ੍ਰੀ ਅਰਜਨ ਕੋ ਕਰੇ ਅਗਾਰੀ। ਕਹਿੰਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਨਾਲ ਲੈ ਕੇ ਆਏ ਇਸ਼ਨਾਨੇ ਨਿਰਮਲ ਬਾਰੀ। ਕਹਿੰਦੇ ਸਾਰਿਆਂ ਨੇ ਆਣ ਕੇ ਫਿਰ ਜਲ ਦੇ ਨਾਲ ਇਸ਼ਨਾਨ ਕੀਤਾ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਨਾਲ ਲੈ ਕੇ। ਬਿਰਧ ਕੇ ਸੰਗ ਤਲਾ ਜੁਲ ਦੀਨੀ। ਕਹਿੰਦੇ ਬਾਬਾ ਬੁੱਢਾ ਜੀ ਦੇ ਨਾਲ ਸਾਰੀ ਜਿਹੜੀ ਅੰਤਮ ਸੰਸਕਾਰ ਦੀ ਮਰਿਆਦਾ ਸੀ ਪੂਰੀ ਕੀਤੀ ਗਈ। ਪਿਤਾ ਕੋ ਨਾਮ ਸਿਮਰ ਬਿਦ ਕੀਨੀ। ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਸਿਮਰਿਆ ਪੰਜਵੇਂ ਪਾਤਸ਼ਾਹ ਜੀ ਨੇ ਤੇ ਸਾਰੀਆਂ ਸੰਗਤਾਂ ਨੇ।
ਸਨੈ ਸਨੈ ਸਭ ਹੀ ਪੁਰ ਆਏ ਇਉਂ ਅੰਤਮ ਸੰਸਕਾਰ ਕਰਕੇ ਤੇ ਹੌਲੀ ਹੌਲੀ ਸਾਰੀਆਂ ਸੰਗਤਾਂ ਵਾਪਸ ਗੋਇੰਦਵਾਲ ਨਗਰ ਵਿੱਚ ਆ ਗਈਆਂ ਜੀ। ਬੈਠ ਤੀਰ ਬਾਪ ਕਾ ਜਾਏ ਕਹਿੰਦੇ ਨੇ ਫਿਰ ਬੌਲੀ ਸਾਹਿਬ ਦੇ ਕਿਨਾਰੇ ਤੇ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਬੈਠ ਗਈਆਂ ਹਨ। ਮਾਨਵ ਕੋ ਸਮੁਦਾਇ ਮਹਾਨ ਬਹੁਤ ਸਮੁਦਾਇ ਸੰਗਤਾਂ ਦਾ ਉਸ ਵੇਲੇ ਇਕੱਠਾ ਹੋਇਆ ਸੀ, ਵੱਡੀ ਗਿਣਤੀ, ਕਿਉਂਕਿ ਸਾਰੇ ਪਿੰਡਾਂ 'ਚੋਂ ਸੰਗਤ ਆ ਗਈ ਸੀ, ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਬੈਠੀ ਹੈ। ਸਿਮਰ ਸਿਮਰ ਗੁਰ ਕੇ ਗੁਣ ਨਾਨਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਨੂੰ ਚੇਤੇ ਕਰਦੇ ਹਨ ਸਾਰੇ ਸਿੱਖ ਉੱਥੇ ਬੈਠੇ ਹੋਏ ਮਹਾਰਾਜ ਜੀ ਦਾ ਸੰਸਕਾਰ ਕਰਨ ਤੋਂ ਬਾਅਦਾਂ। ਸੁਜਸ ਕਰੇ ਬਹੁ ਆਪਸ ਮਹੀਆ ਆਪੋ ਵਿੱਚ ਦੀ ਗੱਲਾਂ ਕਰਦੇ ਨੇ ਤੇ ਮਹਾਰਾਜ ਜੀ ਦਾ ਜਸ ਕਰਦੇ ਵਡਿਆਈ ਕਰਦੇ ਪਏ ਹਨ ਚੌਥੇ ਪਾਤਸ਼ਾਹ ਜੀ ਦੀ। ਪਾਰ ਪਕਾਰ ਹੇਤ ਤਨ ਲਹੀਆ ਕੀ ਕਹਿੰਦੇ ਨੇ? ਕਹਿੰਦੇ ਭਾਈ ਗੁਰੂ ਸਾਹਿਬ ਜੀ ਨੇ ਤੇ ਪਰਉਪਕਾਰ ਵਾਸਤੇ ਹੀ ਅਸਲ ਵਿੱਚ ਸਰੀਰ ਧਾਰਨ ਕੀਤਾ ਹੈ, ਬਹੁਤ ਵੱਡਾ ਪਰਉਪਕਾਰ ਕੀਤਾ। ਤੇ ਵਾਕਈ ਸਾਧ ਸੰਗਤ ਜੀ ਇਹ ਮਹਾਰਾਜ ਸਾਹਿਬ ਜੀ ਦਾ ਆਪਣਾ ਗੌਲੀ ਰਾਗ ਦਾ ਸ਼ਬਦ ਵੀ ਹੈ, ਪਰ ਜਿਹੜੇ ਪਹਿਲੇ ਪਾਤਸ਼ਾਹ ਜੀ ਤੋਂ ਬੇਮੁਖ ਹੋਏ ਸਨ, ਦੂਸਰੇ ਪਾਤਸ਼ਾਹ ਜੀ ਤੋਂ ਵੀ ਵਿਛੜੇ ਰਹੇ, ਤੀਸਰੇ ਪਾਤਸ਼ਾਹ, ਫਿਰ ਚੌਥੀ ਪੀੜ੍ਹੀ ਟਿਕਿਆ ਕਿ ਹੱਥ ਇਹਨਾਂ ਵਿਚਾਰੇ ਮਹਾਰਾਜ ਨੇ ਆਖਿਆ ਤੇ ਚੌਥੀ ਪੀੜ੍ਹੀ 'ਚ ਜਾ ਕੇ ਉਹ ਵੀ ਮਾਫ ਕਰ ਦਿੱਤੇ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਕਦੀ ਲੱਤ ਮਾਰ ਦਿੱਤੀ, ਕਦੀ ਕਿਸੇ ਤਰ੍ਹਾਂ ਬੇਅਦਬੀ ਕੀਤੀ, ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਮਾਫ ਕਰ ਦਿੱਤਾ ਸੀ। ਕਹਿੰਦੇ ਇਹ ਤੇ ਪਰਉਪਕਾਰ ਵਾਸਤੇ ਸਰੀਰ ਧਾਰਿਆ ਅਸਲ 'ਚ ਚੌਥੇ ਪਾਤਸ਼ਾਹ ਜੀ ਨੇ, ਇੰਨਾ ਪਰਉਪਕਾਰੀ ਹਿਰਦਾ ਮਹਾਰਾਜ ਜੀ ਦਾ। ਜਿਮ ਲੋਕਨ ਕੇ ਭਾਗਨ ਕਾਰਨ ਕਹਿੰਦੇ ਜਿਵੇਂ ਲੋਕਾਂ ਦੇ ਭਾਗਾਂ ਕਰਕੇ ਲੋਕਾਂ ਦੇ ਵਾਸਤੇ ਨਭ ਘਨ ਬਿਦਤ ਹੈ ਤਜ ਜਲ ਤਾਰਨ ਨਭ ਆਕਾਸ਼ ਨੂੰ ਕਹਿੰਦੇ ਤੇ ਘਨ ਬੱਦਲਾਂ ਨੂੰ ਕਹਿੰਦੇ। ਜਿਵੇਂ ਲੋਕਾਂ ਦੇ ਭਲੇ ਵਾਸਤੇ ਆਕਾਸ਼ ਵਿੱਚ ਬੱਦਲ ਆਉਂਦੇ ਨੇ, ਮੀਂਹ ਪੈਂਦਾ, ਉਹਦੇ ਕਰਕੇ ਫਿਰ ਫਲ ਫੁੱਲ ਬਨਾਸਪਤੀ ਅਨਾਜ ਸਾਰਾ ਹਰਿਆ ਭਰਿਆ ਹੋ ਜਾਂਦਾ ਹੈ। ਇਹ ਬੱਦਲ ਦਾ ਪਰਉਪਕਾਰ ਹੀ ਆ, ਅਕਾਲ ਪੁਰਖ ਵਾਹਿਗੁਰੂ ਨੇ ਨਿਯਮ ਬਣਾਇਆ ਹੋਇਆ। ਸਭ ਕੋ ਹਿਤ ਕਰ ਬਹੁ ਸਮਾਮ ਹੈ ਕਹਿੰਦੇ ਜਿਵੇਂ ਸਭ ਦਾ ਭਲਾ ਕਰਕੇ ਬੱਦਲ ਤੇ ਫਿਰ ਮੁੜ ਕੇ ਖਿੰਡ ਪੁੰਡ ਜਾਂਦੇ ਨੇ, ਫਿਰ ਓਝਲ ਹੋ ਜਾਂਦੇ ਨੇ, ਸਿਰਫ ਇੱਕ ਵਾਰ ਇਕੱਠੇ ਹੁੰਦੇ ਨੇ, ਮੀਂਹ ਪੈਂਦਾ, ਬਨਾਸਪਤੀ ਹਰੀ ਭਰੀ ਹੋ ਜਾਂਦੀ, ਪਸ਼ੂਆਂ ਦਾ ਚਾਰਾ ਹੋ ਜਾਂਦਾ, ਸਰੋਵਰ ਟੋਭੇ ਪਾਣੀ ਨਾਲ ਭਰ ਜਾਂਦੇ ਨੇ ਸਾਰਿਆਂ ਦੇ ਪੀਣ ਵਾਸਤੇ, ਉਦੋਂ ਬਾਅਦ ਬੱਦਲ ਫਿਰ ਅਲੋਪ ਹੋ ਜਾਂਦੇ ਨੇ। ਜਿਵੇਂ ਇਸੇ ਤਰ੍ਹਾਂ ਹੀ ਤਿਮ ਸਤਗੁਰ ਤਨ ਧਰ ਜਾਗਿਆ ਕਹਿੰਦੇ ਬਸ ਇਸੇ ਤਰ੍ਹਾਂ ਸਤਿਗੁਰੂ ਜੀ ਸਰੀਰ ਧਾਰ ਕੇ ਸਿਰਫ ਭਲਾ ਕਰਨ ਵਾਸਤੇ ਸੰਸਾਰ ਤੇ ਆਉਂਦੇ ਨੇ, ਜੀਵਾਂ ਦਾ ਭਲਾ ਕਰਕੇ ਆਪਣਾ ਸਰੀਰ ਫਿਰ ਗੁਪਤ ਕਰ ਜਾਂਦੇ ਹਨ। ਸਤਗੁਰ ਮੇਰਾ ਸਦਾ ਸਦਾ ਨਾ ਆਵਹਿ ਨਾ ਜਾਹੇ ਉਹ ਅਬਨਾਸੀ ਪੁਰਖ ਹੈ ਸਭ ਮਹਿ ਰਹਾ ਸਮਾਏ। ਇਹ ਮਹਾਰਾਜ ਜੀ ਦੇ ਪਵਿੱਤਰ ਬਚਨ ਨੇ ਵੀ ਸਤਿਗੁਰੂ ਕਿਤੇ ਆਉਂਦਾ ਜਾਂਦਾ ਨਹੀਂ, ਗੁਰਮੁਖੋ ਸਦਾ ਰਹਿਣ ਵਾਲੀ ਤਾਕਤ ਨੂੰ ਸਤਿਗੁਰੂ ਆਖੀਦਾ। ਉਹਨਾਂ ਜੰਮਣਾ ਮਰਨਾ ਨਹੀਂ ਹੁੰਦਾ, ਉਹ ਅਬਨਾਸੀ ਪੁਰਖ ਨੇ, ਅਕਾਲ ਪੁਰਖ ਜਿਵੇਂ ਹੈ ਇਵੇਂ ਹੀ ਸਤਿਗੁਰੂ ਸਾਹਿਬ ਨੇ, ਸਭ ਮੈਂ ਰਹਿਆ ਸਮਾਏ। ਉਹ ਸਾਰੇ ਜੀਵ ਜਿਹੜਾ ਵੀ ਯਾਦ ਕਰਦਾ ਉੱਥੇ ਗੁਰੂ ਸਾਹਿਬ ਜੀ ਹਾਜ਼ਰ ਹੀ ਨੇ। ਜਿਵੇਂ ਅਕਾਲ ਪੁਰਖ ਸਭ ਥਾਵਾਂ ਤੇ ਹੈ, ਐਵੇਂ ਗੁਰੂ ਸਾਹਿਬ ਜੀ ਵੀ ਸਭ ਥਾਵਾਂ ਤੇ ਹੁੰਦੇ। ਸਿਰਫ ਸਰੀਰ ਮਹਾਰਾਜ ਜੀ ਦਾ ਹੁਣ ਦਿਖਾਈ ਨਹੀਂ ਦੇਵੇਗਾ, ਕਿਉਂਕਿ ਸਰੀਰ ਦਾ ਪਰਦਾ ਸੱਚੇ ਪਾਤਸ਼ਾਹ ਜੀ ਨੇ ਪਰੇ ਕਰ ਦਿੱਤਾ ਹੈ। ਸਿੱਖਣ ਕੋ ਕਰਕੇ ਕਲਿਆਣ ਕਹਿੰਦੇ ਬਹੁਤ ਸਾਰੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਮਹਾਰਾਜ ਜੀ ਨੇ ਸਰੀਰ ਧਾਰਿਆ ਹੁੰਦਾ। ਜਿਵੇਂ ਬੱਦਲ ਭਲਾ ਕਰਨ ਵਾਸਤੇ ਦਿਖਾਈ ਦਿੰਦੇ, ਮੀਂਹ ਪੈਂਦਾ ਤੇ ਫਿਰ ਗੁਪਤ ਹੋ ਜਾਂਦੇ ਹਨ। ਗਮਨੇ ਬਹੁਰ ਬੈਕੁੰਠ ਸਥਾਨ ਭਲਾ ਕਰਕੇ ਤੇ ਸਤਿਗੁਰੂ ਜੀ ਫਿਰ ਆਪਣਾ ਸਰੀਰ ਉਜਲ ਕਰ ਲੈਂਦੇ ਨੇ, ਸੱਚਖੰਡ ਵਿੱਚ ਆਪਣਾ ਨਿਰਗੁਣ ਸਰੂਪ ਜਿਹੜਾ ਉਹਦਾ ਵਾਸਾ ਕਰ ਲੈਂਦੇ ਹਨ। ਇਤਿਆਦਿਕ ਸਿੱਖ ਸਿਆਣੇ ਕਹਿ ਇਤਿਆਦਿਕ ਸਿਆਣੇ ਸਿੱਖ ਬੈਠੇ ਗੱਲਾਂ ਕਰਦੇ ਨੇ ਬੌਲੀ ਸਾਹਿਬ ਦੇ ਕੋਲ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦੀ ਚਰਚਾ ਹੋ ਰਹੀ ਹੈ। ਸਿਆਣੇ ਸਿੱਖ ਆਪੋ ਵਿੱਚ ਦੀ ਵਿਚਾਰ ਕਰਦੇ ਪਏ ਨੇ ਵੀ ਬੱਦਲਾਂ ਦੀ ਤਰ੍ਹਾਂ ਮਹਾਰਾਜ ਤਾਂ ਪਰਉਪਕਾਰ ਕਰਨ ਵਾਸਤੇ ਹੀ ਆਉਂਦੇ ਹਨ। ਸ਼੍ਰੀ ਅਰਜਨ ਕੀ ਦਿਸ਼ ਸਭ ਲਹਿ ਲਹਿ ਫਿਰ ਕਹਿੰਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵੱਲ ਸਾਰੇ ਜਾਣੇ ਦੇਖਦੇ ਨੇ, ਕਿਉਂਕਿ ਕੁਝ ਬੋਲ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨਾਲ ਵੀ ਸੰਗਤਾਂ ਬੋਲਦੀਆਂ ਹਨ। ਭਾਨੀ ਭਰਜਾਈ ਅਨ ਸੰਗ ਮਿਲ ਮਿਲ ਉਧਰ ਬੀਬੀ ਭਾਨੀ ਜੀ ਆਪਣੀ ਭਰਜਾਈ ਨਾਲ, ਕੁਝ ਹੋਰ ਬੀਬੀਆਂ ਨਾਲ ਮਿਲ ਕੇ ਜੀ ਅਪਰ ਅਨਕਤੀ ਆਵਤ ਚੱਲ ਚੱਲ ਬਹੁਤ ਸਾਰੀਆਂ ਇਸਤਰੀਆਂ ਹੋਰ ਪਿੰਡਾਂ ਵਿੱਚੋਂ ਵੀ ਚੱਲ ਚੱਲ ਕੇ ਆ ਰਹੀਆਂ ਹਨ। ਇਸਤਰੀ ਪੁਰਖ ਆਏ ਬਹੁ ਤੇਰੇ ਵੱਡੀ ਗਿਣਤੀ ਵਿੱਚ ਇਸਤਰੀਆਂ ਤੇ ਪੁਰਸ਼ ਗੋਇੰਦਵਾਲ ਸਾਹਿਬ ਨੂੰ ਆ ਰਹੇ ਨੇ, ਜਿਨ੍ਹਾਂ ਨੂੰ ਪਤਾ ਲੱਗੀ ਜਾਂਦਾ ਕਿ ਚੌਥੇ ਪਾਤਸ਼ਾਹ ਜੀ ਸੱਚਖੰਡ ਚਲੇ ਗਏ ਹਨ। ਸ਼੍ਰੀ ਅਰਜਨ ਢਿਗ ਬੈਠ ਕਨੇਰੇ ਕਹਿੰਦੇ ਕੁਝ ਸਮਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਬੈਠ ਕੇ ਚੌਥੇ ਪਾਤਸ਼ਾਹ ਜੀ ਦੇ ਪਰਉਪਕਾਰਾਂ ਨੂੰ ਚੇਤੇ ਕਰਦੇ ਹਨ। ਬੰਧਨ ਕਰ ਨਿਜ ਸਦਨ ਸਦਾਵੇਂ ਫਿਰ ਉੱਠ ਕੇ ਜਾਣ ਲੱਗੇ ਪੰਜਵੇਂ ਪਾਤਸ਼ਾਹ ਜੀ ਨੂੰ ਬੰਦਨਾ ਕਰਕੇ ਮੱਥਾ ਟੇਕ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆਗਿਆ ਲੈ ਕੇ। ਇਸ ਪ੍ਰਕਾਰ ਆਵੇਂ ਇੱਕ ਜਾਵੇਂ ਇਸ ਪ੍ਰਕਾਰ ਕੁਝ ਆ ਰਹੇ ਨੇ, ਕੁਝ ਜਾ ਰਹੇ ਨੇ। ਜਿਨ੍ਹਾਂ ਨੂੰ ਪਤਾ ਲੱਗਦਾ ਉਹ ਆਉਂਦੇ ਹਨ। ਕੁਝ ਸਮਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਕੋਲ ਬੈਠਦੇ ਨੇ, ਮਹਾਰਾਜ ਦੇ ਗੁਣਾਂ ਨੂੰ ਚੇਤੇ ਕਰਦੇ ਨੇ,
ਫਿਰ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਮੱਥਾ ਟੇਕ ਕੇ ਚਲੇ ਜਾਂਦੇ ਆਪੋ ਆਪਣੇ ਪਿੰਡਾਂ ਨੂੰ। ਗ੍ਰਾਮ ਨਗਰ ਜਹ ਜਹ ਸੁਧ ਹੋਏ। ਗ੍ਰਾਮ ਛੋਟੇ ਪਿੰਡਾਂ ਨੂੰ ਆਖੀਦਾ ਤੇ ਨਗਰ ਵੱਡੇ ਪਿੰਡਾਂ ਨੂੰ ਕਹਿੰਦੇ। ਛੋਟੇ ਵੱਡੇ ਸਾਰੇ ਪਿੰਡਾਂ ਵਿੱਚੋਂ ਜਿੱਥੇ ਕਿਤੇ ਵੀ ਸੰਗਤ ਆ ਸਕਦੀ ਸੀ, ਸਿੱਖ ਸੰਗਤ ਪਹੁੰਚੇ ਸਭ ਕੋ। ਸਾਰੀਆਂ ਸਿੱਖ ਸੰਗਤਾਂ ਪਹੁੰਚ ਰਹੀਆਂ ਹਨ ਜੀ। ਮਿਲ ਮਿਲ ਸਗਰੇ ਸਗਨ ਸਦਨ ਦਸਦਾਏ। ਕਹਿੰਦੇ ਫਿਰ ਮਿਲ ਮਿਲ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਤੇ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਗੋਇੰਦਵਾਲ ਭੀੜ ਸਮਦਾਏ। ਬਹੁਤ ਵੱਡੀ ਭੀੜ ਗੋਇੰਦਵਾਲ ਵਿੱਚ ਲੱਗੀ ਹੋਈ ਆ ਚੌਥੇ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਕਰਕੇ ਜੀ। ਦਿਵਸ ਤੀਨ ਇਸ ਰੀਤ ਬਤਾਏ। ਇਸ ਤਰੀਕੇ ਨਾਲ 3 ਦਿਨ ਜਦੋਂ ਹੋ ਗਏ ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਿਆਂ ਨੂੰ, ਸ਼ਬਦ ਕੀਰਤਨ ਹੋਏ ਅਦਕਾਏ। ਤਿੰਨੇ ਦਿਨ ਸ਼ਬਦ ਕੀਰਤਨ ਦਾ ਨਿਰੰਤਰ ਪ੍ਰਵਾਹ ਚੱਲ ਰਿਹਾ ਹੈ ਜੀ। ਬੀਚ ਮੋਹਰੀ ਬਿਰਧ ਆਦਿਕ ਗਣ। ਕਹਿੰਦੇ ਵਿੱਚ ਬਾਬਾ ਮੋਹਰੀ ਜੀ, ਬਾਬਾ ਬੁੱਢਾ ਜੀ, ਜਿਹੜੇ ਭਾਈ ਗੁਰਦਾਸ ਜੀ, ਜਿਹੜੇ ਵੀ ਗੁਰਮੁਖ ਪਿਆਰੇ ਨੇ ਸ਼੍ਰੋਮਣੀ, ਸਾਰੇ ਸਿੱਖ ਉੱਥੇ ਬੈਠੇ ਹਨ। ਬੈਠਤ ਹੈ ਲੈ ਕਰ ਸ੍ਰੀ ਅਰਜਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੈਠਦੇ ਹਨ ਸਾਰੇ ਜਾਣੇ। ਦੋਹਰਾ 16 ਹੈ 7 8 38 ਮਹਿ ਪਾਵਸ ਭਾਦਰੋਂ ਮਾਸ। ਕਹਿੰਦੇ ਭਾਦਰੋਂ ਦਾ ਮਹੀਨਾ ਸੀ ਤੇ ਇਹ ਪਾਵਸ ਹੁੰਦੀ ਬਰਖਾ ਰੁੱਤ। 1638 ਨੂੰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਇਹ ਸਰੀਰ ਛੱਡਣ ਦਾ ਜਿਹੜਾ ਕੌਤਕ ਸੀ ਸੱਚੇ ਪਾਤਸ਼ਾਹ ਜੀ ਨੇ ਕੀਤਾ ਭਾਦਰੋਂ ਮਹੀਨੇ ਵਿੱਚ ਜੀ। ਈਜ ਦਿਓ ਸਪਖ ਚਾਂਦਨੋਂ ਤਜਿਓ ਦੇਹ ਗੁਣ ਰਾਸ। ਹਾਂ, ਚਾਂਦਨੀ ਪੱਖ ਦੇ 3 ਦਿਨ ਬਤੀਤ ਹੋਏ ਸੀ ਭਾਦਰੋਂ ਮਹੀਨੇ ਦੇ 1638 ਨੂੰ, ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸੱਚਖੰਡ ਪਿਆਨਾ ਕਰਦੇ ਹਨ ਜੀ। ਇਹ ਤੇ ਚੌਥੇ ਦਿਨ ਮਿਲ ਸਾਰੇ। ਕਹਿੰਦੇ ਨੇ ਜਦੋਂ 4-5 ਦਿਨ ਬਤੀਤ ਹੋ ਗਏ ਤੇ ਫਿਰ ਸਾਰੀ ਸੰਗਤ ਇਕੱਤਰ ਹੋਈ ਜੀ। ਦਮਨੇ ਜਹੈ ਸਤਿਗੁਰ ਸਸਕਾਰੇ। ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਜਿੱਥੇ ਚੌਥੇ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ ਗਿਆ ਸੀ। ਇਸ ਥਲ ਭਸਮ ਰਾਸ ਕੋਹੇਰੇ। ਕਹਿੰਦੇ ਉੱਥੇ ਉਹ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਰਾਖ ਸੀ ਦੇਖੀ ਜਾ ਕੇ ਸਾਰਿਆਂ ਨੇ। ਸ੍ਰੀ ਗੁਰ ਪਿਤਾ ਆਸਰਾ ਮੇਰਾ। ਉੱਥੇ ਜਾ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੁਝ ਬਰਾਕ ਕੀਤਾ, ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਮੇਰਾ ਆਸਰਾ ਸਨ। ਦ੍ਰਿਸ਼ਟ ਨ ਪਰਤ ਅਬ ਹੈ ਕਿਤੇ ਹੋਰ। ਕਹਿੰਦੇ ਹੁਣ ਮਹਾਰਾਜ ਜੀ ਦਾ ਸਰੀਰ ਦਿਖਾਈ ਨਹੀਂ ਦਿਸ ਰਿਹਾ ਕਿਸੇ ਪਾਸੇ ਵੀ, ਜਿਹੜੇ ਸਾਡੇ ਮਨ ਦਾ ਸਾਡੇ ਤਨ ਦਾ ਆਸਰਾ, ਇਉਂ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਜੀ। ਧੀਰਜ ਦਿਓ ਬਾਕ ਮਿਰਦ ਕਹੇ। ਆਖਿਆ ਫਿਰ ਧੀਰਜ ਦੇਣ ਵਾਸਤੇ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦਾ ਹੀ ਸਰੂਪ ਨੇ, ਪਰ ਇਹ ਵੀ ਆਪਾਂ ਯਾਦ ਰੱਖਣਾ ਵੀ ਚੌਥੇ ਪਾਤਸ਼ਾਹ ਜੀ ਦੇ ਦੁਨਿਆਵੀ ਤੌਰ ਤੇ ਸੁਪੁੱਤਰ ਵੀ ਨੇ। ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਬਿਨਾਂ ਮੇਰਾ ਆਸਰਾ ਕੌਣ ਹੈ, ਹੁਣ ਤੁਸੀਂ ਦਿਖਾਈ ਨਹੀਂ ਦੇ ਰਹੇ ਸਰੀਰ ਕਰਕੇ। ਸਤਿਗੁਰ ਪੂਰਨ ਜਹ ਕਹਿ ਆਹੇ। ਤੇ ਫਿਰ ਬਾਬਾ ਮੋਹਰੀ ਜੀ ਨੇ ਆਖਿਆ ਪੰਜਵੇਂ ਪਾਤਸ਼ਾਹ ਜੀ ਨੂੰ, ਭਾਈ ਤੁਸੀਂ ਇਹ ਬਚਨ ਕਰਦੇ ਪਏ ਜੇ, ਗੁਰੂ ਸਾਹਿਬ ਜੀ ਤੇ ਸਾਰਿਆਂ ਥਾਵਾਂ ਤੇ ਹੀ ਨੇ, ਉਹ ਕਿਹੜੀ ਜਗ੍ਹਾ ਜਿੱਥੇ ਮਹਾਰਾਜ ਜੀ ਹੈਗੇ ਨਹੀਂ। ਧਰ ਸ਼ਰਧਾ ਚਿਤ ਮਹਿ ਜਹ ਕੋਈ। ਕਹਿੰਦੇ ਤੁਸੀਂ ਤਾਂ ਉਹਨਾਂ ਦਾ ਹੀ ਸਰੂਪ ਜੇ, ਕੋਈ ਵੀ ਸ਼ਰਧਾ ਰੱਖ ਕੇ ਜਿੱਥੇ ਵੀ ਗੁਰੂ ਸਾਹਿਬ ਜੀ ਨੂੰ ਚੇਤੇ ਕਰ ਲੈਂਦਾ ਹੈ, ਆਨ ਸਹਾਇਕ ਤੇ ਠਾਂ ਹੋਈ। ਕਹਿੰਦੇ ਉੱਥੇ ਹੀ ਆਣ ਕੇ ਸਹਾਈ ਹੋ ਜਾਂਦੇ ਮਹਾਰਾਜ। ਜਿੱਥੇ ਕੋਈ ਪ੍ਰੇਮ ਨਾਲ ਚੇਤੇ ਕਰ ਲਵੇਗਾ ਗੁਰੂ ਸਾਹਿਬ ਉੱਥੇ ਸਹਾਈ ਹਨ। ਤੇ ਆਪਣੇ ਕੋਲ ਤਵਾਰੀਖ ਵਿੱਚ ਬਹੁਤ ਪ੍ਰਮਾਣ ਪਏ ਨੇ। ਬਾਬੇ ਮੱਖਣ ਸ਼ਾਹ ਲਬਾਣੇ ਗੁਰਮੁਖ ਨੇ ਸਮੁੰਦਰ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਭੀੜ ਪਈ ਤੇ ਚੇਤੇ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਉਸ ਵੇਲੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਨ, ਪਰ ਉਹਦੀ ਉੱਥੇ ਬੈਠਿਆਂ ਨੇ ਉਹਦੀ ਬਾਹ ਫੜੀ, ਉਹਦਾ ਬੇੜਾ ਬੰਨੇ ਲਾਇਆ। ਜਿੱਥੇ ਚੇਤੇ ਕਰੀ ਉੱਥੇ ਹੀ ਹਾਜ਼ਰ ਨੇ। ਭਾਈ ਗੋਂਦਾ ਕਾਬਲ 'ਚ ਬੈਠਾ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੂੰ ਚੇਤੇ ਕਰੀ ਜਾਂਦਾ। ਭਾਈ ਕਲਿਆਣਾ ਜੀ ਨੇ ਮੰਡੀ ਜਾ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਯਾਦ ਕੀਤਾ, ਸਤਿਗੁਰੂ ਜੀ ਉੱਥੇ ਹਾਜ਼ਰ ਹੈ। ਇਸ ਲਈ ਬਾਬਾ ਮੋਹਰੀ ਜੀ ਨੇ ਆਖਿਆ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਤਾਂ ਸਭ ਜਗ੍ਹਾ ਤੇ ਹੁੰਦਾ, ਜਿੱਥੇ ਕੋਈ ਸ਼ਰਧਾ ਨਾਲ ਚੇਤੇ ਕਰ ਲਵੇ ਉੱਥੇ ਹੀ ਸਹਾਈ ਹੁੰਦੇ ਹਨ। ਸਰਵ ਭਾਂਤ ਕੀ ਸ਼ਕਤ ਧਰੰਤੇ। ਆਖਿਆ ਸਾਰੇ ਤਰੀਕਿਆਂ ਦੀ ਸ਼ਕਤੀ ਹੈ, ਸ਼ਕਤੀ ਦਾ ਨਾਮ ਹੀ ਸਤਿਗੁਰੂ ਹੈ। ਤੇ ਸ਼ਕਤੀ ਜਿਹੜੀ ਅਕਾਲ ਪੁਰਖ ਦੀ ਸਾਰੇ ਪਾਸੇ ਹੈ, ਗੁਰੂ ਸਾਹਿਬ ਜੀ ਦੀ ਵੀ ਸਾਰੇ ਪਾਸੇ ਹੀ ਹੈ। ਸਿੱਖਨ ਸਦਾ ਸਹਾਇ ਕਰਨ ਤੇ। ਕਿਉਂਕਿ ਸਿੱਖਾਂ ਦੀ ਸਹਾਇਤਾ ਉਸ ਤਾਕਤ ਨਹੀਂ ਕਰਨੀ ਹੁੰਦੀ ਹੈ, ਤੇ ਜੇ ਉਹ ਤਾਕਤ ਕਿਤੇ ਆਈ ਸੀ ਫਿਰ ਚਲੀ ਗਈ, ਫਿਰ ਕੌਣ ਬਾਹ ਫੜੇਗਾ ਜੀ। ਬਾਬਾ ਮੋਹਰੀ ਜੀ ਨੇ ਆਖਿਆ ਗੁਰੂ ਸਾਹਿਬ ਜੀ ਉਹ ਤਾਕਤ ਨੇ ਜਿਹੜੀ ਸਦਾ ਸਹਾਇਤਾ ਕਰਦੀ ਸਿੱਖਾਂ ਦੀ, ਜਿੱਥੇ ਕੋਈ ਚੇਤੇ ਕਰ ਲਵੇ। ਇਤਿਆਦ ਕਹਿ ਧੀਰਜ ਦੀਨੇ। ਇਤਿਆਦਿਕ ਕਹਿ ਕੇ ਧੀਰਜ ਦਿੱਤੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਚਨ ਚੇਤੇ ਕਰਾ ਕੇ ਬਾਬਾ ਮੋਹਰੀ ਜੀ ਨੇ ਸਾਰੀਆਂ ਸੰਗਤਾਂ ਨੂੰ ਵਨ ਮਿਲ ਗੁਰੂ ਫੂਲ ਸਭ ਬੀਨੇ। ਕਹਿੰਦੇ ਨੇ ਫਿਰ ਸਾਰਿਆਂ ਨੇ ਮਿਲ ਕੇ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੀ ਉਹ ਜਿਹੜੀ ਪਵਿੱਤਰ ਰਾਖ ਸੀ, ਫੁੱਲ ਸਨ, ਬੀਨੇ ਹੁੰਦਾ ਚੁਣਨਾ, ਇਕੱਠੇ ਕਰਨਾ, ਉਹ ਇਕੱਠੀ ਕਰ ਲਈ ਜੀ। ਸਰਬ ਕਿਰਿਆ ਕਰ ਆਸ਼ੀ ਭਾਂਤ। ਸਾਰੇ ਤਰੀਕੇ ਨਾਲ ਚੰਗੀ ਭਾਂਤੀ ਦੇ ਨਾਲ ਉਹ ਸਾਰੀ ਰਾਖ ਇਕੱਠੀ ਕੀਤੀ ਹੈ। ਆਏ ਪੁਰ ਕਹਿ ਜਸ ਅਵਦਾਤ। ਕਹਿੰਦੇ ਨੇ ਫਿਰ ਵਾਪਸ ਮੋੜ ਆਏ ਮਹਾਰਾਜ ਜੀ ਦੇ ਉਹ ਰਾਖ ਇਕੱਤਰ ਕਰਕੇ ਅਦਬ ਸਤਿਕਾਰ ਨਾਲ, ਤੇ ਸਾਰੇ
ਗੋਇੰਦਵਾਲ ਵਾਪਸ ਆ ਗਏ ਜੀ। ਸ੍ਰੀ ਅੰਮ੍ਰਿਤਸਰ ਕੋ ਇੱਕ ਨਰ ਗਇਓ, ਕਹਿੰਦੇ ਨੇ ਇੱਕ ਉਹਨਾਂ ਦੇ ਵਿੱਚੋਂ ਗੋਇੰਦਵਾਲ ਤੋਂ ਮਨੁੱਖ ਅੰਮ੍ਰਿਤਸਰ ਗਿਆ ਜੀ, ਪ੍ਰਚੀਏ ਸਭ ਬਿਰਤਾਂਤ ਸੁਣ ਦਿਓ। ਤੇ ਸਾਰੀ ਗੱਲ ਜਾ ਕੇ ਪ੍ਰਿਥੀ ਚੰਦ ਨੂੰ ਦੱਸੀ। ਪ੍ਰਿਥੀ ਚੰਦ ਨੇ ਉਹ ਸਾਰਾ ਵਰਤਾਂਤ ਸੁਣਿਆ ਵੀ ਚੌਥੇ ਪਾਤਸ਼ਾਹ ਜੀ ਗੋਇੰਦਵਾਲ ਜਾ ਕੇ ਸੱਚਖੰਡ ਚਲੇ ਗਏ ਹਨ, ਅੰਤਮ ਸੰਸਕਾਰ ਵੀ ਉਹਨਾਂ ਦਾ ਕਰ ਦਿੱਤਾ ਗਿਆ ਹੈ। ਇੱਕ ਨਿਸ ਬਸ ਕੈ ਗੋਇੰਦਵਾਲ, ਇੱਕ ਰਾਤ ਵਸ ਕੇ ਨਾ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਤੇ ਅਗਲੇ ਦਿਨ ਸੱਚਖੰਡ ਚਲੇ ਗਏ। ਇਸ ਗੱਲ ਦਾ ਸੁਨੇਹਾ ਪ੍ਰਿਥੀ ਚੰਦ ਨੂੰ ਮਿਲ ਗਿਆ ਜੀ। ਪਾਨ ਤਜ ਗਏ ਬੈਕੁੰਠ ਕਿਰਪਾ, ਇਹ ਪਤਾ ਲੱਗ ਗਿਆ ਕਿਰਪਾਲੂ ਸਤਿਗੁਰੂ ਜੀ ਨੇ ਸਿਰਫ ਇੱਕ ਹੀ ਰਾਤ ਗੋਇੰਦਵਾਲ ਵਿੱਚ ਸਰੀਰ ਕਰਕੇ ਬਤੀਤ ਕੀਤੀ ਤੇ ਬੈਕੁੰਠਾਂ ਨੂੰ ਚਲੇ ਗਏ ਹਨ। ਸ੍ਰੀ ਅਰਜਨ ਕਰ ਨਿਜ ਸੰਸਕਾਰੇ, ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹੱਥੀਂ ਚੰਡਾ ਦਿੱਤਾ ਉਹਨਾਂ ਦੀ ਚਿਖਾ ਨੂੰ। ਇਹ ਵੀ ਪ੍ਰਿਥੀ ਚੰਦ ਨੂੰ ਪਤਾ ਲੱਗਾ। ਅਪਰ ਕਿਰਿਆ ਕੀਨ ਸਹਿਤ ਧਾਰੇ, ਕਹਿੰਦੇ ਬਾਕੀ ਸਾਰੀ ਮਰਿਆਦਾ ਵੀ ਬਹੁਤ ਹਿੱਤ ਦੇ ਨਾਲ ਪੰਜਵੇਂ ਪਾਤਸ਼ਾਹ ਜੀ ਨੇ, ਬਾਬਾ ਮੋਹਰੀ ਜੀ ਨੇ, ਬਾਬਾ ਬੁੱਢਾ ਜੀ ਨੇ ਕੀਤੀ ਹੈ। ਚਿਤ ਝਟਪਟੀ ਸੁਨਤ ਹੋਏ ਆਈ, ਕਹਿੰਦੇ ਚਿੱਤ ਨੂੰ ਬਹੁਤ ਅਟਪਟੀ ਜੀ ਲੱਗੀ ਪ੍ਰਿਥੀ ਚੰਦ ਦੇ ਸਾਰੀ ਗੱਲ ਸੁਣ ਕੇ ਜੀ। ਚੜਿਓ ਤੁਰੰਗ ਪੰਥ ਪਗ ਪਾਈ, ਉਸੇ ਵੇਲੇ ਘੋੜੇ ਤੇ ਸਵਾਰ ਹੋਇਆ ਤੇ ਗੋਇੰਦਵਾਲ ਵੱਲ ਨੂੰ ਚੱਲ ਪਿਆ। ਕਰਮੋ ਆਦਿਕ ਕੀ ਕਰ ਤਿਆਰੀ, ਪ੍ਰਿਥੀ ਚੰਦ ਦੀ ਘਰ ਵਾਲੀ ਜਿਹੜੀ ਜਿਸ ਦਾ ਨਾਮ ਕਰਮੋ ਹੈ, ਉਹ ਤੇ ਕੁਝ ਹੋਰ ਬੀਬੀਆਂ ਸ਼ਹਿਰ ਦੀਆਂ ਇਕੱਠੀਆਂ ਹੋ ਕੇ ਉਹਨਾਂ ਵੀ ਤਿਆਰੀ ਕੀਤੀ ਆਉਣ ਦੀ। ਗਮਨੀ ਮਾਰਗ ਸਗਲ ਪਛਾਰੀ, ਕਹਿੰਦੇ ਨੇ ਪ੍ਰਿਥੀ ਚੰਦ ਦੇ ਪਿੱਛੇ ਪਿੱਛੇ ਸਾਰੀਆਂ ਬੀਬੀਆਂ, ਉਹਦੀ ਘਰ ਵਾਲੀ ਕਰਮੋ, ਕੁਝ ਹੋਰ ਬੀਬੀਆਂ ਨੂੰ ਨਾਲ ਲੈ ਕੇ ਗੋਇੰਦਵਾਲ ਨੂੰ ਤੁਰ ਪਈ ਜੀ। ਗੋਇੰਦਵਾਲ ਪਹੁੰਚੋ ਆਈ, ਕਹਿੰਦੇ ਛੇਤੀ ਯਤਨ ਕਰਕੇ ਗੋਇੰਦਵਾਲ ਸਾਹਿਬ ਪਹੁੰਚੇ ਹਨ। ਦੇਖੇ ਲੋਕ ਮਿਲੇ ਸਮੁਦਾਇ, ਤੇ ਜਦੋਂ ਪ੍ਰਿਥੀ ਚੰਦ ਨੇ ਵੇਖਿਆ ਬਹੁਤ ਸਾਰੀ ਸੰਗਤ ਉਹਦੇ ਆਉਂਦਿਆਂ ਨੂੰ ਗੋਇੰਦਵਾਲ ਸਾਹਿਬ ਬੈਠੀ ਹੋਈ ਸੀ ਬੌਲੀ ਸਾਹਿਬ ਦੇ ਬਾਹਰ ਕਰਕੇ। ਮਹਾਦੇਵ ਹੈ ਸੰਗ ਸੋ ਆਇਓ, ਬਾਬਾ ਮਹਾਦੇਵ ਵੀ ਪ੍ਰਿਥੀ ਚੰਦ ਦੇ ਨਾਲ ਹੀ ਆਇਆ ਹੈ। ਛਲ ਤੇ ਕ੍ਰੋਧ ਵਧਾਇਓ, ਕਹਿੰਦੇ ਨੇ ਛਲ ਕਰਕੇ ਕਪਟ ਨਾਲ ਇਹ ਰੋਣ ਵੀ ਲੱਗ ਪਿਆ ਪ੍ਰਿਥੀ ਚੰਦ, ਤੇ ਗੁੱਸੇ ਵਿੱਚ ਵੀ ਆ ਗਿਆ ਇੱਕਦਮ ਜੀ। ਸਭਨ ਸੁਨਾਵਤ ਊਚ ਅਲਾਇਓ, ਉੱਚੀ ਉੱਚੀ ਬੋਲਣ ਲੱਗ ਪਿਆ। ਸੰਗਤ ਵਿੱਚ ਆਉਂਦਿਆਂ ਹੀ ਅੱਖਾਂ ਵੀ ਗਿੱਲੀਆਂ ਕੀਤੀਆਂ, ਪਰ ਗੁੱਸੇ ਨਾਲ ਇਦਾਂ ਬੋਲਿਆ ਪ੍ਰਿਥੀ ਚੰਦ। ਗੁਰਤਾ ਤਿਲਕ ਭਲੋ ਇਨ ਪਾਇਓ, ਕਹਿਣ ਲੱਗਾ ਚੰਗਾ ਗੁਰਤਾ ਦਾ ਤਿਲਕ ਦਿੱਤਾ ਜੇ ਤੁਸੀਂ ਮੇਰੇ ਤੋਂ ਛੋਟੇ ਨੂੰ। 2 ਦਿਨ ਬੀਤੇ ਨਾ ਬਿਸ ਕੋ ਖਵਾਇਓ, ਕਹਿੰਦੇ 2 ਦਿਨ ਵੀ ਨਹੀਂ ਜਰ ਸਕਿਆ, 2 ਦਿਨ ਬਤੀਤ ਨਹੀਂ ਹੋਏ ਤੇ ਜ਼ਹਿਰ ਦੇ ਦਿੱਤੀ। ਬਿਸਕੋ ਖਵਾਇਓ ਦਾ ਮਤਲਬ ਹੁੰਦਾ ਇਲਜ਼ਾਮ ਲਾਇਆ ਪ੍ਰਿਥੀ ਚੰਦ ਨੇ, ਰੌਲਾ ਪਾਉਣ ਲੱਗ ਪਿਆ। ਕਹਿੰਦਾ ਕੀ ਹੋ ਗਿਆ, ਅਜੇ 2 ਦਿਨ ਨਹੀਂ ਹੋਏ ਗੁਰਤਾ ਗੱਦੀ ਦੇ ਸਿੰਘਾਸਨ ਤੇ ਬੈਠਿਆਂ, ਜ਼ਹਿਰ ਦੇ ਦਿੱਤੀ ਹੈ। ਪੁਜਵਾ ਮਨ ਕੋ ਲਾਚ ਕਰਕੇ, ਕਹਿੰਦੇ ਆਪਣੀ ਪੂਜਾ ਕਰਵਾਉਣ ਦਾ ਲਾਲਚ ਕਰਕੇ ਮਹਾਰਾਜ ਜੀ ਨੂੰ ਤੁਸੀਂ ਆਪ ਹੀ ਇਹ ਸਾਰਾ ਕੁਝ ਕੀਤਾ ਹੈ। ਮਾਰਿਓ ਪਿਤਾ ਕਪਟ ਕੋ ਧਰ ਕੇ, ਕਹਿੰਦੇ ਕਪਟ ਕਰਕੇ ਪਿਤਾ ਜੀ ਨੂੰ ਮਾਰ ਦਿੱਤਾ। ਇਦਾਂ ਪ੍ਰਿਥੀ ਚੰਦ, ਕਿਉਂਕਿ ਕਪਟੀ ਆਪ ਹੈ ਤੇ ਮਾਰੇ ਕਹਿੰਦੇ ਰੋਗੀ ਕੇ ਭਾਣੇ ਸਭ ਰੋਗੀ। ਜਿਹੜਾ ਆਪ ਅੰਦਰੋਂ ਕਾਲਾ ਹੋਵੇ ਉਹਨੂੰ ਕਦੀ ਵੀ ਕੋਈ ਗੁਰਮੁਖ ਨਹੀਂ ਜੇ ਦਿਸਦਾ। ਉਹਦੇ ਖਿਆਲ ਚ ਹੁੰਦਾ ਸਾਰੀ ਦੁਨੀਆ ਇਦਾਂ ਦੀ ਹੈ ਜਿੱਦਾਂ ਦਾ ਮੈਂ ਆ। ਉਹ ਆਪ ਕਪਟੀ ਸੀ। ਕਹਿੰਦਾ ਕਪਟ ਕਰਕੇ ਤੁਸੀਂ ਚੌਥੇ ਪਾਤਸ਼ਾਹ ਜੀ ਦਾ ਸਰੀਰ ਖਤਮ ਕੀਤਾ ਹੈ। ਇਸ ਵਿਧ ਤੇ ਨਹਿ ਗੁਰ ਬਣ ਜਾਏ ਹੈ, ਕਹਿਣ ਲੱਗਾ ਇਸ ਤਰੀਕੇ ਨਾਲ ਤਾਂ ਨਹੀਂ ਗੁਰੂ ਬਣ ਜਾਈਦਾ। ਪੰਜਵੇਂ ਪਾਤਸ਼ਾਹ ਜੀ ਨੂੰ ਕਹਿ ਰਿਹਾ ਹੁਣ ਪ੍ਰਿਥੀ ਚੰਦ, ਤੁਸੀਂ ਇਹ ਸਾਰਾ ਕੁਝ ਆਪ ਕੀਤਾ ਹੈ ਤੇ ਇਸ ਤਰੀਕੇ ਨਾਲ ਮੈਂ ਗੁਰੂ ਨਹੀਂ ਬਣ ਦੇਣਾ ਤੁਹਾਨੂੰ। ਘੋਰ ਪਾਪ ਕੋ ਫਲ ਏ ਪੈ ਹੈ, ਕਹਿੰਦੇ ਘੋਰ ਪਾਪ ਤੁਸੀਂ ਕੀਤਾ, ਇਹਦਾ ਫਲ ਤੁਹਾਨੂੰ ਭੋਗਣਾ ਪਵੇਗਾ। ਵਸਤ ਪਾਏ ਜੋ ਹੋਏ ਅਧਿਕਾਰੀ, ਇਹ ਵਸਤੂ ਤੇ ਉਹਨੂੰ ਮਿਲਣੀ ਚਾਹੀਦੀ ਜਿਹੜਾ ਅਧਿਕਾਰੀ ਹੋਵੇ, ਤੇ ਗੁਰਤਾ ਗੱਦੀ ਦਾ ਮੈਂ ਅਧਿਕਾਰੀ ਸਾਂ, ਇਸ ਕਰਕੇ ਮੈਨੂੰ ਇਹ ਮਿਲਣੀ ਚਾਹੀਦੀ ਸੀ। ਤੁਸੀਂ ਆਪਣੇ ਲਾਲਚ ਕਰਕੇ ਇਹ ਲੈ ਲਈ ਹੈ ਤੇ ਆਪ ਹੀ ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਸਰੀਰ ਪਰੇ ਕੀਤਾ ਹੈ। ਇਹ ਰੀਤ ਹੈ ਸਗਲ ਮਝਾਰੀ, ਕਹਿਣ ਲੱਗਾ ਸਾਰੇ ਸੰਸਾਰ ਤੇ ਇਹੋ ਹੀ ਰੀਤੀ ਹੈ, ਵੱਡੇ ਪੁੱਤਰ ਨੂੰ ਮਿਲਦੀ ਹੁੰਦੀ ਹੈ ਜ਼ਿੰਮੇਵਾਰੀ। ਪਿਤਾ ਅਰੋਗ ਬਲਵਾਨ ਅਸ਼ੇਰੇ, ਕਹਿਣ ਲੱਗਾ ਪਿਤਾ ਜੀ ਤੇ ਅਰੋਗ ਸਨ ਤੇ ਸਰੀਰ ਚੰਗਾ ਭਲਾ ਸੀ ਮਹਾਰਾਜ ਸਾਹਿਬ ਜੀ ਦਾ। ਅਤ ਪ੍ਰਸੰਨ ਮਨ ਤਨ ਤਿਸ ਬੇਰੇ, ਤੇ ਮਹਾਰਾਜ ਜੀ ਪ੍ਰਸੰਨ ਵੀ ਸਨ, ਮਨ ਕਰਕੇ ਤਨ ਕਰਕੇ ਕੋਈ ਪਰੇਸ਼ਾਨੀ ਤੇ ਹੈ ਨਹੀਂ ਸੀ ਗੁਰੂ ਰਾਮਦਾਸ ਸਾਹਿਬ ਜੀ ਨੂੰ। ਆਵਤ ਇੱਕ ਦਿਨ ਮਹਿ ਕਿਆ ਹੋਇਓ, ਇੱਕੋ ਦਿਨ ਚ ਕੀ ਹੋ ਸਕਦਾ। ਉਹ ਗੋਇੰਦਵਾਲ ਆਏ ਤੇ ਅਗਲੇ ਦਿਨ ਚੜ੍ਹਾਈ ਕਰ ਗਏ। ਏਦਾਂ ਹਾਲਾਂਕਿ ਉਹਨੂੰ ਸਾਰਾ ਪਤਾ ਸੀ ਵੀ ਮਹਾਰਾਜ ਜੀ ਦੀ ਉਮਰ ਪਹਿਲਾਂ ਦੱਸੀ ਹੈ ਤੀਸਰੇ ਪਾਤਸ਼ਾਹ ਜੀ ਨੇ, ਜਿੰਨੀ ਹੈ, ਜਿੰਨੇ ਦਿਨ, ਜਿੰਨੀਆਂ ਘੜੀਆਂ, ਸਭ ਨੂੰ। ਉਹ ਵੀ ਤਾਂ ਆਪ ਵੀ ਇਹੀ ਉਡੀਕਦਾ ਪਿਆ ਸੀ ਵੀ ਇੰਨਾ ਟਾਈਮ ਕਿਸੇ ਤਰ੍ਹਾਂ ਲੰਘ ਜਾਵੇ, ਮੈਂ ਇੱਕ ਵਾਰ ਬਹਿ ਜਾਵਾਂ, ਗੁਰੂ ਬਣ ਜਾਵਾਂ, ਫਿਰ ਮੈਂ ਪੰਜਵੇਂ ਪਾਤਸ਼ਾਹ ਜੀ ਨੂੰ ਬੋਲਣ ਨਹੀਂ ਦੇਣਾ। ਪਤਾ ਉਹਨੂੰ ਸਾਰਾ ਹੀ ਸੀ, ਪਰ ਕਪਟੀ ਹੈ ਨਾ, ਛਲੀਆ। ਇਸ ਕਰਕੇ ਕਹਿੰਦਾ ਚੰਗਾ ਭਲਾ ਤਾਂ ਸਰੀਰ ਸੀ ਚੌਥੇ ਪਾਤਸ਼ਾਹ ਜੀ ਦਾ, ਇੱਕ ਦਿਨ ਚ ਕੀ ਹੋ ਸਕਦਾ ਹੈ। ਵਿਖ ਬਿਨ ਮਿਰਤ ਕਾਰਨ ਨਹਿ ਕੋਇਓ, ਸੋ ਕਹਿਣ ਲੱਗੇ ਨੇ ਇਹ ਜ਼ਹਿਰ ਤੋਂ ਬਿਨਾ ਹੋਰ ਕੋਈ ਕਾਰਨ ਤਾਂ ਮੈਨੂੰ ਦਿਖਾਈ ਨਹੀਂ ਦਿੰਦਾ ਵੀ ਮਹਾਰਾਜ ਜੀ ਸਰੀਰ ਇਸ ਤਰ੍ਹਾਂ ਚੰਗੇ ਭਲੇ ਤੰਦਰੁਸਤ ਕਿਵੇਂ ਸਰੀਰ ਛੱਡ ਸਕਦੇ ਹਨ। ਬਿਰਧ ਆਦਿਕ ਪੱਖੀ ਇਸ ਭਏ, ਕਹਿਣ ਲੱਗਾ ਬਾਬਾ ਬੁੱਢਾ ਜੀ ਵੀ ਸਾਰੇ ਰਲੇ ਨੇ ਮੇਰੇ ਛੋਟੇ ਭਰਾ ਦੇ ਨਾਲ, ਸਾਰੇ ਇਹਦੇ ਪੱਖੀ ਨੇ, ਇਸ ਕਰਕੇ ਸਾਰਿਆਂ ਰਲ ਕੇ ਹੀ ਇਹ ਕੰਮ ਕੀਤਾ ਹੈ। ਕਿਸ ਕੋ ਤਰਾਸ ਨਾ ਨਹੀਂ ਮਨ ਕਏ, ਕਹਿੰਦੇ ਕਿਸੇ ਦੇ ਮਨ 'ਚ ਡਰ ਨਹੀਂ ਸੀ, ਸਾਰੇ ਜਾਣੇ ਰਲ ਗਏ ਤੇ ਰਲ ਮਿਲ ਕੇ ਤੁਸੀਂ ਸਾਰਿਆਂ ਨੇ ਇਹ ਕੰਮ ਕਰ ਦਿੱਤਾ ਹੈ। ਤਾ ਮੋਰੀ ਨੇ 300 ਕਹਿਓ, ਜਦੋਂ ਬਹੁਤਾ ਬੋਲੀ ਗਿਆ, ਗੁੱਸੇ ਵਿੱਚ ਆਇਆ, ਤੇ ਫਿਰ ਬਾਬਾ ਮੋਹਰੀ ਜੀ ਨੇ ਉੱਠ ਕੇ ਉਹਨੂੰ ਪ੍ਰਿਥੀ ਚੰਦ ਨੂੰ ਇਦਾਂ ਆਖਿਆ ਜੀ, ਕਾਰਨ ਬਿਨਾ ਕ੍ਰੋਧ ਕਿਮ ਲਹਿਓ, ਕਹਿਣ ਲੱਗਾ ਬਿਨਾਂ ਕਾਰਨ ਤੋਂ ਕ੍ਰੋਧ ਕਰਨਾ ਚੰਗਾ ਨਹੀਂ ਹੁੰਦਾ ਪ੍ਰਿਥੀ ਚੰਦਾ।
ਐਵੇਂ ਤੂੰ ਬੋਲੀ ਜਾਣਾ, ਬਿਨਾ ਵਜ੍ਹਾ ਤੂੰ ਕ੍ਰੋਧ ਨਾ ਕਰ। ਮਿਲੋ ਸਭਨ ਮੈਂ ਮ੍ਰਿਦਲ ਉਚਾਰ। ਸਾਰਿਆਂ ਨੂੰ ਮਿਲ, ਕੋਈ ਅਕਲ ਦੀ ਗੱਲ, ਕੋਈ ਚੰਗਾ ਬੋਲ ਵੀ ਮ੍ਰਿਦਲ ਹੁੰਦਾ, ਚੰਗਾ ਬੋਲ, ਕੋਈ ਕੋਮਲ, ਕੋਈ ਮਿੱਠਾ ਬੋਲ ਵੀ ਬੋਲਾ। ਜੇ ਤੂੰ ਆ ਹੀ ਗਿਆ ਤਾਂ ਹੁਣ ਇੱਥੇ ਗੋਇੰਦਵਾਲ ਹੋਏ ਇਕਾਕੀ ਕਰ ਲਿਓ ਰਾਰ। ਤੇ ਫਿਰ ਇਹ ਵੀ ਬਾਬਾ ਮੋਹਰੀ ਜੀ ਨੇ ਆਖਿਆ ਹੋਏ ਇਕਾਕੀ ਕਰ ਲਿਓ ਰਾਰ। ਰਾਰ ਹੁੰਦਾ ਝਗੜਾ। ਕਹਿਣ ਲੱਗੇ ਜੇ ਲੜਨਾ ਹੀ ਆ ਨਾ ਤੇ ਫਿਰ ਜਦੋਂ ਰਾਤ ਨੂੰ ਇਕੱਲਾ ਜਦ ਪਰਿਵਾਰ ਕੋਲ ਆਣ ਕੇ ਲੜਨੀ ਜਿੰਨਾ ਤੇਰਾ ਜੀ ਕਰਦਾ। ਹੁਣ ਸੰਗਤ ਵਿੱਚ ਆਇਆ ਤੇ ਘੱਟੋ ਘੱਟ ਕੋਈ ਅਕਲ ਦੀ ਗੱਲ ਕਰ ਇੱਥੇ ਸੰਗਤ ਵਿੱਚ। ਮਧੁਰ ਬਾਕ ਤੇ ਵਰਜਨ ਕਰਿਓ। ਬੜੇ ਮਿੱਠੇ ਤਰੀਕੇ ਦੇ ਨਾਲ ਵਰਜ ਵੀ ਦਿੱਤਾ ਬਾਬਾ ਮੋਹਰੀ ਜੀ ਨੇ, ਸਮਝਾ ਦਿੱਤਾ ਇਦਾਂ ਜੀ। ਦਿਰਗ ਜਲ ਢਰਿਓ ਕਪਟ ਕੋ ਭਰਿਓ। ਕਹਿੰਦੇ ਕਪਟ ਦਾ ਭਰਿਆ, ਚੁੱਪ ਤਾਂ ਕਰ ਗਿਆ ਤੇ ਅੱਖਾਂ ਵੀ ਆਪਣੀਆਂ ਗਿੱਲੀਆਂ ਕੀਤੀਆਂ, ਜਿਵੇਂ ਬੜਾ ਦੁੱਖ ਹੁੰਦਾ ਉਹਨੂੰ ਮਹਾਰਾਜ ਜੀ ਦੇ ਜਾਣ ਦਾ। ਮਹਾਦੇਵ ਨੇ ਪੁਨ ਸਮਝਾਇਓ। ਕਹਿੰਦੇ ਫਿਰ ਬਾਬੇ ਮਹਾਦੇਵ ਨੇ ਵੀ ਪਿਰਥੀ ਚੰਦ ਨੂੰ ਸਮਝਾਇਆ, ਇਦਾਂ ਆਖਿਆ ਜੀ। ਉਚਿਤ ਬੋਲ ਬੋ ਤੁਝ ਬਨ ਆਇਓ। ਕਹਿਣ ਲੱਗਾ ਵੀ ਆਪਣੇ ਵੱਡੇ ਭਰਾ ਪਿਰਥੀ ਚੰਦ ਨੂੰ ਬਾਬਾ ਮਹਾਦੇਵ ਕਹਿਣ ਲੱਗਾ, ਐਸ ਵੇਲੇ ਤੇਰੇ ਵਾਸਤੇ ਅਚਿਤ ਜਿਹੜੇ ਬੋਲ, ਜੋਗ ਬੋਲ ਨੇ ਉਹੀ ਬੋਲਣੇ ਚਾਹੀਦੇ ਆ। ਇਹ ਜਿਹੜੀ ਤੂੰ ਲੜਾਈ ਕਰੀ ਜਾਂਦਾ, ਐਵੇਂ ਬੋਲੀ ਜਾਂਦਾ ਜੋ ਮੂੰਹ 'ਚ ਹੈ, ਇਹ ਚੰਗੀ ਗੱਲ ਨਹੀਂ ਹੈ। ਮਹਾਦੇਵ ਨੇ ਵੀ ਆਖੀ ਇਹ ਗੱਲ ਉਸ ਵੇਲੇ ਜੀ। ਦੂਰ ਦੂਰ ਕੇ ਨਰ ਸੁਣ ਕਰਕੇ। ਬਾਬਾ ਮਹਾਦੇਵ ਜੀ ਕਹਿਣ ਲੱਗੇ ਵੀ ਆ ਦੂਰੋਂ ਦੂਰੋਂ ਸੰਗਤ ਆਈ ਹੈ ਚੌਥੇ ਪਾਤਸ਼ਾਹ ਜੀ ਦਾ ਸੱਚਖੰਡ ਜਾਣਾ ਕਰਕੇ, ਇਹ ਕੀ ਆਖੇਗੀ ਸੰਗਤ ਤੈਨੂੰ? ਕਿਆ ਕਹੈ ਤੋ ਬਾਕ ਸਿਮਰ ਕੇ। ਕਹਿੰਦੇ ਤੇਰੀਆਂ ਗੱਲਾਂ ਚੇਤੇ ਕਰਕੇ ਮੁੜ ਕੇ ਕੀ ਕਹਿਣਗੇ ਤੈਨੂੰ ਲੋਕ? ਘੱਟੋ ਘੱਟ ਇੰਨਾ ਤਾਂ ਸੋਚ ਵੀ ਇਸ ਵੇਲੇ ਸਮਾਂ ਕੀ ਹੈ ਤੇ ਕੀ ਬੋਲੀ ਜਾ ਰਿਹਾ ਤੂੰ। ਸ੍ਰੀ ਅਰਜਨ ਸੁਣ ਤੂਸ਼ਨ ਠਾਨੀ। ਧੰਨ ਅਰਜਨ ਦੇਵ ਮਹਾਰਾਜ ਜੀ ਕੁਝ ਨਹੀਂ ਬੋਲੇ। ਉਹਨੇ ਜੋ ਜੀ ਕਰਦਾ ਸੀ ਆਖ ਲਿਆ ਪੰਜਵੇਂ ਪਾਤਸ਼ਾਹ ਜੀ ਨੂੰ, ਪਰ ਧੰਨ ਅਰਜਨ ਦੇਵ ਮਹਾਰਾਜ ਚੁੱਪ ਹੀ ਕੀਤੇ ਰਹੇ ਹਨ। ਔਰ ਸੀਤਲ ਨਿਤ ਆਤਮ ਗਿਆਨੀ। ਕਿਉਂ ਚੁੱਪ ਕੀਤੇ ਰਹੇ? ਕਹਿੰਦੇ ਔਰ ਸੀਤਲ, ਔਰ ਹੁੰਦਾ ਹਿਰਦਾ। ਮਹਾਰਾਜ ਜੀ ਦਾ ਅੰਦਰ ਠੰਡਾ, ਕੋਈ ਗੁੱਸਾ ਨਹੀਂ, ਕ੍ਰੋਧ ਨਹੀਂ, ਈਰਖਾ ਨਹੀਂ, ਤ੍ਰਿਸ਼ਨਾ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਵੈਰ ਨਹੀਂ। ਇਸ ਕਰਕੇ ਔਰ ਸੀਤਲ ਆਤਮ ਗਿਆਨੀ। ਮਹਾਰਾਜ ਬ੍ਰਹਮ ਗਿਆਨੀ ਨੇ, ਬ੍ਰਹਮ ਗਿਆਨੀ ਬਣਾਉਣ ਵਾਲੇ ਨੇ, ਹਿਰਦਾ ਠੰਡਾ। ਇਸ ਕਰਕੇ ਸਭ ਕੁਝ ਸੁਣ ਕੇ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਚੁੱਪ ਕੀਤੇ ਰਹੇ ਜੀ। ਬਹੁ ਲੋਕਣ ਤੇ ਕੋ ਸਮਝਾਵਾ। ਕਹਿੰਦੇ ਬਹੁਤ ਲੋਕਾਂ ਨੇ ਮਿਲ ਕੇ ਫਿਰ ਪਿਰਥੀ ਚੰਦ ਨੂੰ ਸਮਝਾਇਆ, ਚੁੱਪ ਕਰਾਇਆ ਉਸ ਨੂੰ। ਰਹਿਓ ਤਹਾਂ ਬੜ ਚਿੰਤੋ ਪਾਵਾ। ਕਹਿੰਦੇ ਹੁਣ ਉਹ ਚੁੱਪ ਤਾਂ ਕਰ ਗਿਆ, ਬੈਠਾ ਸੰਗਤ ਵਿੱਚ, ਪਰ ਇੱਕ ਚਿੰਤਾ ਉਹਨੂੰ ਵੜ ਖਾ ਰਹੀ ਹੈ। ਲੈ ਹੋ ਭਾਗ ਸਭਨ ਤੇ ਇਹ। ਮਨ 'ਚ ਸੋਚੀ ਜਾਂਦਾ, ਕਹਿੰਦਾ ਹੁਣ ਮੌਕਾ ਲੱਗ ਗਿਆ ਚੰਗਾ, ਇੱਥੇ ਸਾਰਿਆਂ ਦੇ ਬੈਠੇ ਮੈਂ ਕੋਈ ਯਤਨ ਕਰਾਂ ਵੀ ਪੱਗ ਮੈਨੂੰ ਮਿਲ ਜਾਵੇ। ਜਾਂ ਤੇ ਰਹਿਤ ਭਇਓ ਦੁਖ ਮਹਾ। ਇਸ ਕਰਕੇ ਕਹਿੰਦੇ ਦੁੱਖ ਜਿਹਾ ਵਿਖਾਲ ਰਿਹਾ ਤੇ ਉੱਥੇ ਬੈਠ ਗਿਆ ਸੰਗਤ ਵਿੱਚ ਚੁੱਪ ਕਰਕੇ, ਭਈ ਕੋਈ ਨਹੀਂ ਹੁਣ ਮੌਕਾ ਬਣ ਗਿਆ, ਹੁਣ ਪੱਗ ਮੈਂ ਲੈ ਲਵਾਂਗਾ। ਇਸ ਵਿਦ ਬਸ ਕੇ ਗੋਇੰਦਵਾਲ। ਇਸ ਤਰੀਕੇ ਨਾਲ ਗੋਇੰਦਵਾਲ ਵਿੱਚ ਉਹ ਪਹੁੰਚਿਆ ਹੋਇਆ ਪਿਰਥੀ ਚੰਦ। ਦਵਾਦਸ ਦਿਵਸਨ ਕੋ ਤਹਿ ਟਾਲ। ਕੁਝ 10-15 ਦਿਨ ਜਦੋਂ ਬਤੀਤ ਹੋ ਗਏ, 10-15 ਦਿਨ ਟਾਲਾ ਵਟੀ ਰੱਖਿਆ ਉਸਨੇ। ਰੌਦ ਸਮੇਂ ਮਹਿ ਕਿਰਤ ਸਭਨ ਕੀਨ। ਕਹਿੰਦੇ ਫਿਰ ਇੱਕ ਦਿਨ ਸਾਰੀ ਸੰਗਤ ਇਕੱਠੀ ਹੋਈ ਹੈ ਜੀ। ਜਥਾ ਜੋਗ ਜੈਸੇ ਕਹਿ ਦੀਨ। ਜਥਾ ਜੋਗ ਸਾਰਿਆਂ ਨੂੰ ਕਹਿ ਕੇ ਬਾਬਾ ਬੁੱਢਾ ਜੀ ਨੇ ਵੀ ਹੁਣ ਚਲੋ ਅਗਲੀ ਕਾਰਵਾਈ ਆਪਾਂ ਨੂੰ ਕਰਨੀ ਚਾਹੀਦੀ ਹੈ। ਸਾਰੀ ਸੰਗਤ ਇੱਕ ਦਿਨ ਇਕੱਠੀ ਕੀਤੀ ਜੀ। ਤਬੇ ਮੋਹਰੀ ਮਿਲ ਸਭ ਸੰਗ। ਕਹਿੰਦੇ ਫਿਰ ਬਾਬਾ ਮੋਹਰੀ ਜੀ ਨੇ ਸਾਰੀਆਂ ਸੰਗਤਾਂ ਨੂੰ ਇਦਾਂ ਆਖਿਆ, ਕਹਿਓ ਬੰਧਾਵਨ ਪਾਗ ਪ੍ਰਸੰਗ। ਕਹਿੰਦੇ ਨੇ ਹੁਣ ਕਹਿਓ ਵਧਾਵਣ ਪਾਗ ਪ੍ਰਸੰਗ। ਪੱਗ ਬੰਨਣ ਦਾ ਜਿਹੜਾ ਪ੍ਰਸੰਗ ਸੀ, ਬਾਬਾ ਮੋਹਰੀ ਜੀ ਨੇ ਸਾਰੀ ਸੰਗਤ ਇਕੱਠੀ ਕੀਤੀ ਬਾਬਾ ਬੁੱਢਾ ਜੀ ਨਾਲ, ਤੇ ਫਿਰ ਸਾਰੀ ਸੰਗਤ ਵਿੱਚ ਆਣ ਕੇ ਆਖਿਆ ਵੀ ਆਪਾਂ ਨੂੰ ਹੁਣ ਦਸਤਾਰਬੰਦੀ ਕਰਨੀ ਚਾਹੀਦੀ ਹੈ। ਸ੍ਰੀ ਗੁਰੂ ਰਾਮਦਾਸ ਜਿਮ ਭਖ। ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਉਸੇ ਤਰ੍ਹਾਂ ਆਪਾਂ ਸਾਰਿਆਂ ਨੂੰ ਮਿਲ ਕੇ ਤੇ ਇਹ ਦਸਤਾਰਬੰਦੀ ਅੱਗੇ ਪੰਜਵੇਂ ਪਾਤਸ਼ਾਹ ਜੀ ਦੇ ਸੀਸ ਤੇ ਸਜਾਉਣੀ ਚਾਹੀਦੀ ਹੈ। ਹਮ ਤੋ ਕਰਹਿ ਤਦਾ ਤਸਾਬ ਲਖ। ਤੇ ਬਾਬਾ ਮੋਹਰੀ ਜੀ ਨੇ ਇਹ ਵੀ ਕਹਿਤਾ ਵੀ ਅਸੀਂ ਤਾਂ ਉਹੀ ਕਰਾਂਗੇ ਜੋ ਚੌਥੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸੀ। ਬਿਰਧ ਨੇ ਭਨਿਓ ਗੁਰੂ ਜਿਮ ਆਸ। ਜਦੋਂ ਬਾਬਾ ਮੋਹਰੀ ਜੀ ਚੁੱਪ ਕੀਤੇ ਤੇ ਬਾਬਾ ਬੁੱਢਾ ਜੀ ਬੋਲੇ ਉੱਠ ਕੇ, ਫਿਰ ਕਹਿੰਦੇ ਸਾਧ ਸੰਗਤ ਜੀ, ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁਖ ਤੋਂ ਹੁਕਮ ਕੀਤਾ ਹੈ, ਤੁਮਹਿ ਉਚਿਤ ਪਿਤਾ ਥਾਨ ਬਿਠਾਇਸ। ਆਪਣੇ ਸਾਰਿਆਂ ਵਾਸਤੇ ਵੀ ਯੋਗ ਇਹੀ ਹੈ। ਤੇ ਬਾਬਾ ਮੋਹਰੀ ਜੀ ਨੂੰ ਬਾਬਾ ਬੁੱਢਾ ਜੀ ਨੇ ਆਖਿਆ ਤੁਹਾਡੇ ਵਾਸਤੇ ਵੀ ਇਹੀ ਯੋਗ ਹੈ ਭਈ ਉਹ ਜਿਨ੍ਹਾਂ ਨੂੰ ਆਪਣੀ ਥਾਂ ਤੇ ਬਿਠਾਲ ਕੇ ਗਏ ਨੇ, ਇਹ ਤੁਹਾਡਾ ਹੁਣ ਫਰਜ਼ ਬਣਦਾ ਵੀ ਦਸਤਾਰ ਉਹਨਾਂ ਨੂੰ ਦਿੱਤੀ ਜਾਵੇ। ਸ੍ਰੀ ਗੁਰ ਅਮਰ ਅੰਸ਼ ਤੁਮ ਆਹ। ਕਿਉਂਕਿ ਤੁਸੀਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਸ਼ ਬੰਸ ਹੋ, ਸਾਹਿਬਜ਼ਾਦੇ ਹੋ ਉਹਨਾਂ ਦੇ। ਯਥਾ ਜੋ ਕੀ ਜੈ ਜਿਮ ਲਹ। ਇਸ ਕਰਕੇ ਯਥਾ ਜੋਗ ਹੀ ਤੁਹਾਨੂੰ ਕੰਮ ਕਰਨਾ ਚਾਹੀਦਾ। ਇਹ ਬਾਬਾ ਬੁੱਢਾ ਜੀ ਨੇ ਬਾਬਾ ਮੋਹਰੀ ਜੀ ਨੂੰ ਆਖਿਆ ਸਾਰੀ ਸੰਗਤ ਵਿੱਚ ਜੀ। ਬਾਹਰ ਮੋਹਰੀ ਸੁਣ ਕੇ ਕਹਿਓ। ਕਹਿੰਦੇ ਬਾਬਾ ਬੁੱਢਾ ਜੀ ਦਾ ਇਹ ਬਚਨ ਸੁਣ ਕੇ ਬਾਬਾ ਮੋਹਰੀ ਜੀ ਇਦਾਂ ਕਹਿਣ ਲੱਗੇ, ਨੀਕੇ ਤਥਾ ਜਥਾ ਤੁਮ ਲਹਿਓ। ਕਹਿਣ ਲੱਗੇ ਠੀਕ ਬਾਬਾ ਬੁੱਢਾ ਜੀ, ਜੋ ਆਪ ਜੀ ਨੇ ਆਖਿਆ ਚੰਗਾ ਹੀ ਆਖਿਆ ਔਰ ਇਸੇ ਤਰ੍ਹਾਂ ਹੀ ਹੋਵੇਗਾ। ਤਉ ਸੋ ਪ੍ਰਿਥਿਆ ਬੜ ਹੰਕਾਰੀ। ਕਹਿੰਦੇ ਪਰ ਪਿਰਥੀ ਚੰਦ ਬੈਠਾ ਸੀ, ਜਦੋਂ ਉਹਨੇ ਸਾਰੀ ਗੱਲ ਇਹ ਸੁਣੀ, ਇੰਨਾ ਹੰਕਾਰੀ ਬੰਦਾ ਬੈਠਾ ਹੋਇਆ ਉੱਥੇ। ਗਰਭ ਅਦਕ ਤੇ ਗਰਭਤ ਭਾਰੀ। ਬਹੁਤ ਸਾਰਾ ਧਨ ਲਗਾ ਕੇ ਰੱਖਿਆ ਹੋਇਆ, ਤੇ ਇਸ ਕਰਕੇ ਵੀ ਉਹਨੂੰ ਹੰਕਾਰ ਹੈ ਮੇਰੇ ਕੋਲੇ ਮਾਇਆ ਬਹੁਤ
ਬਹੁਤ ਹੈ। ਬੁਰੋ ਪਰਹਿ ਸਭਨ ਕੇ ਸੰਗ, ਕਹਿਣ ਲੱਗਾ ਹੁਣ ਮੈਂ ਸਾਰਿਆਂ ਨਾਲ ਇੱਕ ਵਾਰੀ ਬੁਰਾ ਤਾਂ ਮੈਨੂੰ ਬਣਨਾ ਪਵੇਗਾ, ਤਾਂ ਹੀ ਪੱਗ ਮੈਨੂੰ ਮਿਲੇਗੀ। ਇਹ ਤੇ ਸਲਾਹਾਂ ਦੂਜੀਆਂ ਕਰੀ ਜਾਂਦੇ ਹਨ। ਕਹਿਨ ਕਠੋਰ ਸੁਭਾਏ ਕੁਟੰਗ, ਕਹਿੰਦੇ ਹੁਣ ਖੋਟੇ ਵਚਨ ਕਹਿਣ ਵਾਸਤੇ ਉਹਨੇ ਪ੍ਰਿਥੀ ਚੰਦ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਵੀ ਜੇ ਮੈਂ ਹੁਣ ਵੀ ਚੁੱਪ ਕੀਤਾ ਰਿਹਾ ਤਾਂ ਇਹ ਤਾਂ ਮੌਕਾ ਨਿਕਲ ਜਾਵੇਗਾ। ਦ્વੈਸ਼ ਰਚੋਗੇ ਸੰਗ ਹਮਾਰੇ, ਸੋ ਕਹਿਣ ਲੱਗਾ ਵੀ ਇਹ ਤੇ ਸਾਰੇ ਮੇਰੇ ਨਾਲ ਦਵੈਸ਼ ਕਰ ਜਾਣਗੇ, ਫਿਰ ਇਹੀ ਲਾਹੋਗੇ ਇਨਹਿ ਬਿਗਾਰੇ। ਕਹਿੰਦੇ ਬਸ ਜੇ ਹੁਣ ਮੈਂ ਕੁਝ ਨਾ ਕੀਤਾ ਇਹ ਇਦਾਂ ਹੀ ਕਰਨਗੇ ਜਿਵੇਂ ਬਾਬੇ ਮੋਰੀ ਜੀ ਨੇ ਤੇ ਬਾਬਾ ਬੁੱਢਾ ਜੀ ਨੇ ਆਖ ਦਿੱਤਾ, ਸਾਰੀ ਸੰਗਤ ਨੇ ਉਦਾਂ ਹੀ ਕਰ ਦੇਣਾ ਹੈ। ਜਾਂ ਤੇ ਬੈਠੋ ਸਭਾ ਲਗਾਏ, ਇਸ ਕਰਕੇ ਸਾਧ ਸੰਗਤ ਜੀ ਉਹ ਵੀ ਹੁਣ ਸਭਾ ਲਗਾ ਕੇ ਇਸ ਲੱਗੀ ਹੋਈ ਸਭਾ 'ਚ ਕੁਝ ਕਹਿਣਾ ਚਾਹੁੰਦਾ ਹੈ। ਪੂਰਬ ਲਖੀਏ ਤਾਹੇ ਸੁਪਾਏ, ਸੋ ਕਹਿਣ ਲੱਗਾ ਭਈ ਆ ਪਹਿਲਾਂ ਕੁਝ ਪਹਿਲੇ ਸਮੇਂ ਦੀਆਂ ਗੱਲਾਂ ਚੇਤੇ ਕਰ ਲਓ ਤੁਸੀਂ। ਕਿਮ ਬੋਲੇ ਪਾਰਖ ਕਰ ਲੀਜਹਿ, ਕੀ ਕਹਿਣ ਲੱਗਾ? ਕਹਿੰਦਾ ਕਿਮ ਬੋਲੇ ਪਾਰਖ ਕਰ। ਕਹਿੰਦਾ ਕਿਵੇਂ ਬੋਲੀ ਜਾਂਦੇ ਜੇ? ਕੁਝ ਪਰਖ ਕਰੋ ਤੁਸੀਂ ਕੀ ਕਹਿ ਰਹੇ ਆ। ਬਾਬਾ ਮੋਰੀ ਜੀ ਨੂੰ ਤੇ ਬਾਬਾ ਬੁੱਢਾ ਜੀ ਨੂੰ ਇਦਾਂ ਪ੍ਰਿਥੀ ਚੰਦ ਕਹਿਣ ਲੱਗਾ ਵੀ ਕੀ ਜੋ ਮੂੰਹ ਚ ਆਇਆ ਬੋਲੀ ਜਾਂਦੇ ਜੇ, ਕੁਝ ਪਰਖ ਕਰਕੇ ਵੇਖੋ ਭਈ ਇਹ ਜਿਹੜੀ ਜ਼ਿੰਮੇਵਾਰੀ ਹੈ ਕੁਝ ਪਹਿਲੇ ਲੋਕਾਂ ਦੇ ਸਮੇਂ ਨੂੰ ਚੇਤੇ ਕਰੋ। ਇਹ ਵੱਡੇ ਨੂੰ ਮਿਲਦੀ ਆਈ ਹੈ ਤੇ ਵੱਡਾ ਮੈਂ ਆ, ਤੁਸੀਂ ਕਿਵੇਂ ਮੇਰੇ ਹੁੰਦਿਆਂ ਪੱਗ ਇਹਨਾਂ ਨੂੰ ਦੇ ਦਿਓਗੇ? ਬਹੁਰੋ ਪਾਗ ਬੰਧਾਏ ਥਪੀਜੈ, ਕਹਿਣ ਲੱਗਾ ਬਾਅਦ ਵਿੱਚ ਪੱਗ ਬੰਨਣ ਦੀਆਂ ਗੱਲਾਂ ਕਰਿਓ, ਪਹਿਲਾਂ ਵਿਚਾਰ ਲਓ ਵੀ ਪੱਗ ਵੱਜਣੀ ਕਿਸ ਨੂੰ ਹੈ। ਦ્વੈਸ਼ੀ ਮਹਾ ਨਾ ਮ੍ਰਿਦੁਲ ਸੁਭਾਉ, ਬਹੁਤ ਜ਼ਿਆਦਾ ਈਰਖਾ ਵਾਲਾ ਸੀ, ਬਿਲਕੁਲ ਸੁਭਾਅ ਉਹਦਾ ਬਿਲਕੁਲ ਨਹੀਂ ਸੀ ਚੰਗਾ ਪ੍ਰਿਥੀ ਚੰਦ ਪਰ ਦਾ। ਜਸ ਤੇ ਅਤਸ਼ੈ ਤਪਤਾਉ, ਕਿਸੇ ਦੂਸਰੇ ਦੀ ਵਡਿਆਈ ਸੁਣ ਕੇ ਤਾਂ ਜਰ ਹੀ ਨਹੀਂ ਸੀ ਸਕਦਾ, ਤੇ ਹੁਣ ਪੰਜਵੇਂ ਪਾਤਸ਼ਾਹ ਦੀ ਵਡਿਆਈ ਸੁਣ ਕੇ ਕਿੱਦਾਂ ਜਰ ਸਕਦਾ ਸੀ ਉਹ। ਐਵੇਂ ਵਿਚਾਰ ਬਾਪੀ ਦਰਬਾਰ, ਕਹਿੰਦੇ ਨੇ ਇਉਂ ਵਿਚਾਰ ਕੇ ਉੱਥੇ ਜਿਹੜਾ ਬੌਲੀ ਸਾਹਿਬ ਦੇ ਕੋਲ ਦਰਬਾਰ ਲੱਗਾ ਹੋਇਆ ਸੀ, ਬੈਠੇ ਲਗ ਬੜ ਸਭਾ ਮਝਾਰ, ਸਾਰੇ ਛੋਟੇ ਵੱਡੇ ਉਸ ਵੇਲੇ ਉਸ ਸਭਾ ਵਿੱਚ ਬੈਠੇ ਹੋਏ ਸਨ ਜੀ। ਸ੍ਰੀ ਅਰਜਨ ਪ੍ਰਿਥਿਆ ਤਬ ਆਇਬ, ਕਹਿੰਦੇ ਨੇ ਪ੍ਰਿਥੀ ਚੰਦ, ਬਾਬਾ ਮਹਾਦੇਵ, ਗੁਰੂ ਅਰਜਨ ਦੇਵ ਸਾਹਿਬ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬੱਲੂ ਜੀ, ਬਾਬਾ ਮੋਰੀ ਜੀ, ਬਾਬਾ ਮੋਹਨ ਜੀ, ਸਾਰੇ ਉੱਥੇ ਬੈਠੇ ਹੋਏ ਸਨ। ਮਹਾਦੇਵ ਤਹ ਆਣ ਥਿਰਾਏ, ਬਾਬਾ ਮਹਾਦੇਵ ਵੀ ਵਿੱਚ ਬੈਠਾ ਹੋਇਆ ਜੀ। ਬਿਰਧ ਆਦਿਕ ਸਿੱਖ ਜੋ ਸਮਦਾਏ, ਬਾਬਾ ਬੁੱਢਾ ਜੀ ਆਦਿਕ ਜਿਹੜੇ ਸ਼੍ਰੋਮਣੀ ਸਿੱਖ ਹਨ, ਸਗਲ ਹਕਾਰੇ ਤਹ ਚਲਿਆ, ਕਹਿੰਦੇ ਸਾਰਿਆਂ ਦੇ ਸੱਦੇ ਤੇ ਸਾਰੀ ਸੰਗਤ ਆਈ ਸੀ। ਕਹਿਓ ਮੋਹਰੀ ਬਾੜ ਬਾਚਲੀ ਕਾ, ਕਹਿੰਦੇ ਨੇ ਉਸ ਵੇਲੇ ਬਾਬਾ ਮੋਰੀ ਜੀ ਨੇ ਫਿਰ ਬਚਨ ਆਖਿਆ ਜੀ, ਕਹੀਏ ਸਭਨ ਲਖਹਿ ਤਹ ਨੀਕਾ, ਆਖਿਆ ਵੀ ਅਸੀਂ ਲੜਾਈ 'ਚ ਨਹੀਂ ਪੈਣਾ। ਸਾਧ ਸੰਗਤ ਜੀ ਜੋ ਚੰਗਾ ਇਸ ਵੇਲੇ ਆਪਾਂ ਨੂੰ ਕਰਨਾ ਬਣਦਾ ਉਹ ਹੀ ਕਰਨਾ ਚਾਹੀਦਾ ਹੈ। ਆਪ ਜਿਮ ਮਤ ਹੋਵੇ ਸਭ ਹੀ ਕਾ, ਬਾਬਾ ਮੋਰੀ ਜੀ ਕਹਿਣ ਲੱਗੇ ਫਿਰ ਵੀ ਸਾਰਿਆਂ ਦੇ ਮਤੇ ਨਾਲ ਹੀ ਮੈਂ ਕਰਾਂਗਾ ਜੋ ਤੁਸੀਂ ਆਖੋਗੇ। ਜੋ ਚੰਗੀ ਗੱਲ ਹੈ, ਜੋ ਚੌਥੇ ਪਾਤਸ਼ਾਹ ਜੀ ਦੇ ਬਚਨ ਨੇ ਆਪਾਂ ਨੂੰ ਕਰਨਾ ਤਾਂ ਉਹ ਠੀਕ ਹੈ, ਭਾਵੇਂ ਪ੍ਰਿਥੀ ਚੰਦ ਬੋਲੀ ਜਾ ਰਿਹਾ ਹੈ। ਉਚਿਤ ਜਾਣਕਾਰੀ ਹੈ ਸ਼ੁਭ ਟੀਕ, ਚੰਗੀ ਗੱਲ ਜਾਣ ਕੇ ਇਹ ਟਿੱਕਾ ਗੁਰਿਆਈ ਗੱਦੀ ਦਾ ਉਹਨਾਂ ਨੂੰ ਹੀ ਦਿੱਤਾ ਜਾਵੇ ਜਿਨ੍ਹਾਂ ਨੂੰ ਚੌਥੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ। ਸਿੱਖ ਸੇਵਕ ਸਨ ਬੰਦੀ ਸਾਰੇ, ਜਿੰਨੇ ਮਹਾਰਾਜ ਜੀ ਦੇ ਸੰਬੰਧੀ ਵੀ ਇੱਥੇ ਬੈਠੇ ਨੇ, ਸੇਵਕ ਵੀ ਬੈਠੇ ਨੇ, ਸਿੱਖ ਸੰਗਤਾਂ ਦੂਰ ਦਰਾਡੇ ਦੀਆਂ ਵੀ ਬੈਠੀਆਂ ਹਨ। ਜਿਮ ਆਛੋ ਤਿਮ ਕਰੋ ਉਚਾਰੇ, ਬਾਬਾ ਮੋਰੀ ਜੀ ਨੇ ਆਖਿਆ ਸਾਰੇ ਸਲਾਹ ਦਿਓ ਭਾਈ, ਚੰਗੀ ਗੱਲ ਕੀ ਹੈ। ਜਿਮ ਆਸ਼ੇ ਤਿਮ ਕਰੋ ਉਚਾਰੇ, ਤੁਸੀਂ ਸਾਰੇ ਬੋਲੋ ਭਈ ਕਿਵੇਂ ਆਪਾਂ ਨੂੰ ਕਰਨਾ ਚਾਹੀਦਾ ਹੈ। ਸੁਣ ਪ੍ਰਿਥਿਆ ਨਾ ਸਕਿਓ ਸਹਾਰਾ, ਪਰ ਇਹ ਗੱਲ ਵੀ ਸੁਣ ਕੇ ਜਰ ਨਹੀਂ ਸਕਿਆ ਪ੍ਰਿਥੀ ਚੰਦ ਬਾਬਾ ਮੋਰੀ ਜੀ ਦੀ। ਖੁਣ ਸੋ ਮੁਖ ਤੇ ਕਰਤੇ ਉਚਾਰਾ, ਬਹੁਤ ਗੁੱਸੇ ਵਿੱਚ ਆਣ ਕੇ ਫਿਰ ਇਦਾਂ ਬੋਲਿਆ ਜੀ। ਸੋ ਮਤਵੰਤ ਤੁਮ ਕਿਉਂ ਨਾ ਵਿਚਾਰੋ, ਕਹਿਣ ਲੱਗਾ ਤੁਸੀਂ ਸਾਰੇ ਸਿਆਣੇ ਬੈਠੇ ਜੇ, ਕੀ ਐਵੇਂ ਸਲਾਹਾਂ ਕਰੀ ਜਾਂਦੇ ਆ, ਵਿਚਾਰ ਕਿਉਂ ਨਹੀਂ ਕਰਦੇ ਆਪਣੇ ਹਿਰਦੇ 'ਚ? ਅਧਿਕਾਰੀ ਕੋ ਹੇਰ ਉਚਾਰੋ, ਤੁਸੀਂ ਤੁਹਾਨੂੰ ਨਹੀਂ ਪਤਾ ਅਧਿਕਾਰੀ ਕੌਣ ਹੈ? ਮੈਂ ਵੱਡਾ ਪੁੱਤਰ ਹਾਂ ਚੌਥੇ ਪਾਤਸ਼ਾਹ ਜੀ ਦਾ, ਇਸ ਕਰਕੇ ਤੁਹਾਨੂੰ ਮੇਰਾ ਖਿਆਲ ਕਰਨਾ ਚਾਹੀਦਾ ਹੈ। ਕਰੇ ਕ੍ਰੋਧ ਜੇ ਪਿਤ ਕਹਿ ਦੀਨ, ਕਹਿਣ ਲੱਗੇ ਫਿਰ ਕੀ ਹੋਇਆ ਜੇ ਗੁੱਸੇ ਵਿੱਚ ਆਣ ਕੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨਾਂ ਦਾ ਨਾਮ ਲੈ ਹੀ ਦਿੱਤਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਬੜੋ ਅਲਪ ਕਿਮ ਹੋਏ ਚਿਤ ਚੀਨੂ, ਤੇ ਵੱਡਾ ਛੋਟਾ ਇਹ ਤਾਂ ਤੁਸੀਂ ਵਿਚਾਰ ਲਓ ਕੌਣ ਹੈ, ਥੋੜੀ ਜਿਹੀ ਹਿਰਦੇ 'ਚ ਵਿਚਾਰ ਤਾਂ ਕਰੋ। ਠੀਕ ਹੈ ਗੁੱਸੇ ਵਿੱਚ ਆਣ ਕੇ ਚੌਥੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਿੰਘਾਸਨ ਤੇ ਬਿਠਾਲ ਦਿੱਤਾ, ਪਰ ਤੁਸੀਂ ਸਿਆਣੇ ਜੇ, ਤੁਸੀਂ ਵੀ ਕੁਝ ਵਿਚਾਰ ਕਰੋ। ਇਉਂ ਕਹਿਣ ਲੱਗਾ ਪ੍ਰਿਥੀ ਚੰਦ। ਜੇ ਕਰ ਤੁਮ ਮਿਰਜਾਦ ਬਗਾਰੋ, ਕਹਿਣ ਲੱਗੇ ਜੇ ਮਰਿਆਦਾ ਵਿਗਾੜੋਗੇ, ਵੱਡੇ ਨੂੰ ਛੱਡ ਕੇ ਛੋਟੇ ਨੂੰ ਦਸਤਾਰ ਦਿਓਗੇ ਤਾਂ ਆਪਣੀ ਸੰਤਤ ਔਰ ਨਿਹਾਰੋ, ਤੇ ਆਪਣੀ ਸੰਤਾਨ ਵੱਲੇ ਵੀ ਦੇਖ ਲਿਓ। ਫਿਰ ਤੁਹਾਡੇ ਘਰਾਂ 'ਚ ਵੀ ਇਦਾਂ ਹੀ ਹੋਵੇਗਾ ਜੇ ਤੁਸੀਂ ਅੱਜ ਮਰਿਆਦਾ ਦੇ ਉਲਟ ਕੰਮ ਕੀਤਾ। ਇਹ ਡਰਾਵੇ ਜੇ ਦਿੰਦਾ ਪ੍ਰਿਥੀ ਚੰਦ। ਸਭ ਕੇ ਬਿਗੜ ਜਾਏ ਕੁਲ ਰੀਤ, ਕਹਿਣ ਲੱਗੇ ਸਾਰਿਆਂ ਦੇ ਖਾਨਦਾਨਾਂ ਦੀ ਰੀਤੀ ਵਿਗੜ ਜਾਵੇਗੀ। ਹੋਏ ਸੁਸ਼ੰਦ ਚਲਹਿ ਵਿਪਰੀਤ, ਸੁਸ਼ੰਦ ਹੁੰਦਾ ਆਪੋ ਆਪਣਾ, ਕਹਿੰਦੇ ਆਪੋ ਆਪਣੀਆਂ ਮਰਜ਼ੀਆਂ ਚੱਲਣਗੀਆਂ। ਫਿਰ ਸਭ ਥਾਵਾਂ ਤੇ ਕੋਈ ਮਰਿਆਦਾ ਨਹੀਂ ਰਹਿ ਜਾਵੇਗੀ। ਫਿਰ ਪੁਨ ਬਿਰਧ ਅਪਰ ਮੋਹਰੀ ਭਨਿਓ, ਕਹਿੰਦੇ ਫਿਰ ਬਾਬਾ ਬੁੱਢਾ ਜੀ ਤੇ ਬਾਬਾ ਮੋਰੀ ਜੀ ਨੇ ਇਦਾਂ ਆਖਿਆ। ਸ੍ਰੀ ਗੁਰਵਾਕ ਭਲੋ ਤੁਮ ਸੁਨਿਓ, ਕਹਿਣ ਲੱਗੇ ਪ੍ਰਿਥੀ ਚੰਦ ਪਰ ਗੁਰੂ ਸਾਹਿਬ ਜੀ ਦਾ ਬਚਨ ਨਹੀਂ ਸੁਣਿਆ ਤੂੰ? ਅਸੀਂ ਕੋਈ ਮਰਿਆਦਾ ਨਹੀਂ ਵਿਗਾੜਨ ਲੱਗੇ। ਮਰਿਆਦਾ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਉੱਪਰ ਨਹੀਂ ਹੁੰਦੀ। ਗੁਰੂ ਚੌਥੇ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ ਉਹ ਤੂੰ ਵੀ ਸੁਣਿਆ,
ਅਸੀਂ ਵੀ ਸੁਣਿਆ ਹੈ। ਹਮ ਤੋ ਨਹਿ ਉਲੰਘਤ ਹੈ ਸਕਹਿ। ਤੇ ਉਹ ਬਾਬਾ ਬੁੱਢਾ ਜੀ ਕਹਿਣ ਲੱਗੇ ਅਸੀਂ ਤੇ ਉਹ ਬਚਨ ਨਹੀਂ ਉਲੰਘ ਸਕਦੇ ਪ੍ਰਿਥੀ ਚੰਦ, ਮਹਾਰਾਜ ਜੀ ਦੀ ਆਗਿਆ ਦੇ ਉਲਟ ਅਸੀਂ ਤਾਂ ਨਹੀਂ ਜਾ ਸਕਦੇ ਕਦੇ ਵੀ। ਅਪਰ ਕਰਨ ਤੱਕ ਕੈ ਸਭ ਜਕ ਹੈ। ਸੋ ਇਸ ਕਰਕੇ ਕਹਿੰਦੇ ਨੇ ਵੀ ਆ ਜਿਹੜੇ ਬਾਕੀ ਬੈਠੇ ਨੇ ਇਹ ਵੀ ਮਹਾਰਾਜ ਜੀ ਦੇ ਬਚਨ ਦੇ ਬੱਧੇ ਬੈਠੇ ਨੇ ਤਾਂ ਜਕਦੇ ਪਏ ਆ, ਇਹਨਾਂ ਨੇ ਮਹਾਰਾਜ ਜੀ ਦੇ ਬਚਨ ਦੇ ਉਲਟ ਨਹੀਂ ਜਾਣਾ ਕਿਸੇ ਨੇ। ਇਮ ਕਹਿ ਪਾਘਾਤ ਮਹਲੀਨ। ਇਉਂ ਕਹਿ ਕੇ ਤੇ ਬਾਬਾ ਬੁੱਢਾ ਜੀ ਨੇ ਦਸਤਾਰ ਹੱਥ ਵਿੱਚ ਲੈ ਲਈ ਜੀ। ਸ੍ਰੀ ਅਰਜਨ ਕੋ ਦੋਨੋਂ ਦੀਨ। ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਦਸਤਾਰ ਦੇ ਦਿੱਤੀ ਬਾਬਾ ਬੁੱਢਾ ਜੀ ਨੇ ਇਹ ਕਹਿ ਕੇ ਵੀ ਅਸੀਂ ਮਹਾਰਾਜ ਜੀ ਦੇ ਬਚਨ ਦੇ ਉਲਟ ਨਹੀਂ ਜਾਣਾ। ਪ੍ਰਿਥੀ ਚੰਦ ਭਾਵੇਂ ਤੂੰ ਗੁੱਸਾ ਕਰ ਭਾਵੇਂ ਗਿਲਾ ਕਰ। ਮਿਰਦਲ ਸੁਭਾਉ ਪਿਤਾ ਅਨਕੂਲ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸੁਭਾਅ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਰਗਾ ਬਿਲਕੁਲ ਕੋਮਲ ਤੇ ਮਿੱਠਾ ਸੁਭਾਅ ਹੈ। ਹਰਖ ਸ਼ੋਕ ਕੋ ਨਾਸਿਓ ਮੂਲ। ਜਿਨ੍ਹਾਂ ਨੂੰ ਕੋਈ ਹਰਖ ਨਹੀਂ, ਕੋਈ ਸੋਗ ਨਹੀਂ, ਕੋਈ ਚਿੰਤਾ ਨਹੀਂ, ਕੋਈ ਗਮ ਨਹੀਂ ਹੈ, ਐਸੇ ਬਿਲਕੁਲ ਸ਼ਾਂਤ ਆਤਮਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਕਰਿਓ ਵਿਚਾਰ ਪਾਗ ਮੈਂ ਕਿਆ ਹੈ। ਜਦੋਂ ਬਾਬਾ ਬੁੱਢਾ ਜੀ ਨੇ ਬਾਬਾ ਮੋਹਰੀ ਜੀ ਨੇ ਦਸਤਾਰ ਪੰਜਵੇਂ ਪਾਤਸ਼ਾਹ ਜੀ ਦੇ ਸੀਸ ਤੇ ਰੱਖ ਦਿੱਤੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਵੀ ਦਸਤਾਰ ਵਿੱਚ ਕੀ ਹੈ। ਇਹ ਦਸਤਾਰ ਕਰਕੇ ਹੀ ਪ੍ਰਿਥੀ ਚੰਦ ਝਗੜਾ ਪਾਈ ਬੈਠਾ ਹੈ। ਮਿਟ ਨ ਕਿਮ ਜੋ ਪਿਤਾ ਕੀਆ ਹੈ। ਕਹਿਣ ਲੱਗੇ ਜੋ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤਾ ਉਹ ਤੇ ਮਿਟ ਨਹੀਂ ਸਕਦਾ, ਤੇ ਜੇ ਇਹ ਦਸਤਾਰ ਕਰਕੇ ਲੜਾਈ ਪਾਈ ਬੈਠਾ ਹੈ ਤਾਂ ਤਿਨ ਕੀ ਬਖਸ਼ ਸਦਾ ਸਥਿਰ ਹੈ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਸਦਾ ਹੀ ਰਹਿਣੀ ਹੈ, ਉਹ ਇਹ ਮੇਰੇ ਕੋ ਖੋ ਨਹੀਂ ਸਕਦਾ। ਦਸਤਾਰ ਠੀਕ ਹੈ ਰੌਲਾ ਪਾਉਂਦਾ ਮੈਨੂੰ ਦੇ ਦਿਓ ਮੈਨੂੰ ਦੇ ਦਿਓ, ਪਰ ਜਿਹੜਾ ਬਚਨ ਹੈ ਮਹਾਰਾਜ ਚੌਥੇ ਪਾਤਸ਼ਾਹ ਜੀ ਦਾ ਉਹ ਤਾਂ ਨਹੀਂ ਮੇਰੇ ਕੋਲ ਲੈ ਸਕਦਾ। ਜਿਹੜੀ ਬਖਸ਼ਿਸ਼ ਤੇ ਕਿਰਪਾ ਉਹ ਤਾਂ ਨਹੀਂ ਮੇਰੇ ਕੋਲੋਂ ਖੋ ਸਕਦਾ ਇਹ। ਛੀਨੀ ਜਾਏ ਨਾ ਲਗ ਤਸਕਰ ਹੈ। ਕਹਿੰਦੇ ਲੱਖਾਂ ਯਤਨ ਕਰ ਲਵੇ ਮਹਾਰਾਜ ਜੀ ਦੀ ਬਖਸ਼ਿਸ਼ ਨਹੀਂ ਖੋ ਸਕਦਾ ਇਹ। ਕੋਟ ਪਾਏ ਕਰੇ ਨਹਿ ਜਾਏ। ਕਰੋੜਾਂ ਉਪਾਅ ਵੀ ਕਰ ਲਵੇ ਤੇ ਫਿਰ ਵੀ ਇਹਦਾ ਕੋਈ ਉਪਾਅ ਸਫਲਾ ਨਹੀਂ ਹੋਵੇਗਾ। ਮਹਾਰਾਜ ਜੀ ਦੀ ਕਿਰਪਾ ਨਹੀਂ ਮੇਰੇ ਤੋਂ ਲੈ ਸਕਦਾ। ਜੋ ਕਰਤੇ ਦੀਨ ਸਰੰਗ ਲਾਏ। ਜੋ ਸੱਚੇ ਪਾਤਸ਼ਾਹ ਜੀ ਨੇ ਰੰਗ ਲਾ ਦਿੱਤਾ ਉਹ ਲਾ ਦਿੱਤਾ ਹੈ। ਨਹਕ ਕਲਾ ਉਠਾ ਮਹਿਕਾਹੇ। ਕਹਿੰਦੇ ਬਿਨਾਂ ਵਜ੍ਹਾ ਇਹ ਤੇ ਕਲਾ ਪਾ ਕੇ ਬੈਠਾ, ਬਿਨਾਂ ਵਜ੍ਹਾ ਝਗੜਾ ਪਾਈ ਬੈਠਾ ਹੈ। ਹਿਮ ਵਿਚਾਰ ਕਰਕੇ ਚਿਤਮਾ ਇਹ ਹੈ। ਆਪਣੇ ਚਿੱਤ 'ਚ ਵਿਚਾਰ ਕਰਕੇ ਨੇ ਨਾ ਸਾਰੀਆਂ ਗੱਲਾਂ ਦੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਗ ਗਹੇ ਬੰਧੈ ਜੋਗ ਹਾਥ। ਕਹਿੰਦੇ ਆਪਣੇ ਉਹ ਦਸਤਾਰ ਜਿਹੜੀ ਸਿਰ ਤੇ ਰੱਖੀ ਸੀ ਬਾਬਾ ਮੋਹਰੀ ਜੀ ਨੇ ਤੇ ਬਾਬਾ ਬੁੱਢਾ ਜੀ ਨੇ ਉਹ ਪੰਜਵੇਂ ਪਾਤਸ਼ਾਹ ਜੀ ਨੇ ਉਹ ਆਪਣੇ ਦੋਨਾਂ ਹੱਥਾਂ 'ਚ ਫੜ ਲਈ ਜੀ। ਸਮ ਚਿਤ ਨਿਤ ਸ੍ਰੀ ਅਰਜਨ ਨਾਥ। ਜਿਨ੍ਹਾਂ ਦੀ ਸਮ ਬਿਰਤੀ ਹੈ ਬਿਲਕੁਲ ਇੱਕ ਸਮ ਦ੍ਰਿਸ਼ਟੀ ਇੱਕ ਸਮ ਬਿਰਤੀ ਗਿਆਨ ਅਵਸਥਾ ਵਿੱਚ ਨੇ ਜਿਹੜੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਕਹਿਤ ਭਏ ਬੜ ਭਰਾਤ ਹਮਾਰੇ। ਆਪ ਚੱਲ ਕੇ ਪ੍ਰਿਥੀ ਚੰਦ ਕੋਲ ਗਏ ਪੰਜਵੇਂ ਪਾਤਸ਼ਾਹ, ਹੱਥਾਂ ਵਿੱਚ ਉਹ ਦਸਤਾਰ ਫੜੀ ਤੇ ਕਹਿਣ ਲੱਗੇ ਪ੍ਰਿਥੀ ਚੰਦ ਨੂੰ ਵੀ ਤੁਸੀਂ ਸਾਡੇ ਵੱਡੇ ਭਾਈ ਹੋ। ਹਮ ਅਲੰਬ ਰਹਿ ਸਦਾ ਤੁਮਾਰੇ। ਆਖਿਆ ਮੈਂ ਤੁਹਾਡੇ ਤੋਂ ਛੋਟਾ ਤੇ ਮੈਂ ਤੁਹਾਡੇ ਆਸਰੇ ਤੇ ਸਾਰੀ ਜ਼ਿੰਦਗੀ ਰਹਾਂਗਾ। ਸ਼ਿਮਹ ਕ੍ਰੋਧ ਅਰ ਬੈਰ ਤਿਆਗੋ। ਪਰ ਆਪਣੇ ਅੰਦਰੋਂ ਵੈਰ ਛੱਡ ਦਿਓ, ਕ੍ਰੋਧ ਛੱਡ ਦਿਓ, ਆ ਜਿਹੜਾ ਗੁੱਸਾ ਨਾ ਇਹ ਤੁਸੀਂ ਛੱਡ ਦਿਓ। ਤੁਸੀਂ ਵੱਡੇ ਭਰਾ ਜੇ ਸਾਡੇ, ਮੈਂ ਤੁਹਾਡੀ ਆਗਿਆ 'ਚ ਰਹਿਣ ਲਈ ਤਿਆਰ ਹਾਂ। ਹਿਤੂ ਜਾਨ ਆਪਣੇ ਅਨੁਰਾਗ। ਆਪਣਾ ਹਿਤੂ ਜਾਣ ਕੇ ਮੇਰੇ ਨਾਲ ਪ੍ਰੇਮ ਕਰੋ, ਈਰਖਾ ਨਾ ਕਰੋ। ਦਸਤਾਰ ਦੀ ਕੋਈ ਗੱਲ ਨਹੀਂ, ਮੈਂ ਤਾਂ ਤੁਹਾਡੇ ਅਧੀਨ ਵੀ ਰਹਿਣ ਲਈ ਤਿਆਰ ਹਾਂ, ਪਰ ਗੁੱਸਾ ਤੇ ਵੈਰ ਤਾਂ ਛੱਡੋ ਆਪਣੇ ਅੰਦਰੋਂ। ਪਿਤ ਸੰਮਤ ਸਭ ਨੇ ਇਹ ਪਾਗ। ਇਹ ਜਿਹੜੀ ਦਸਤਾਰ ਮੈਨੂੰ ਇਹਨਾਂ ਨੇ ਦਿੱਤੀ ਹੈ ਇਹ ਤੁਹਾਡੇ ਨਾਲ ਈਰਖਾ ਕਰਕੇ ਨਹੀਂ ਦਿੱਤੀ। ਪਿਤ ਸੰਮਤ, ਸੰਮਤ ਸਲਾਹ ਕਹਿੰਦੇ ਪਿਤਾ ਜੀ ਦੀ ਸਲਾਹ ਨਾਲ ਉਹਨਾਂ ਦੀ ਆਗਿਆ ਕਰਕੇ ਇਹਨਾਂ ਨੇ ਦਸਤਾਰ ਮੇਰੇ ਸਿਰ ਤੇ ਰੱਖੀ ਹੈ। ਮੈਂ ਆਪਣੀ ਮਰਜ਼ੀ ਨਾਲ ਇਹ ਦਸਤਾਰ ਤੁਹਾਨੂੰ ਦੇਣ ਲਈ ਤਿਆਰ ਹਾਂ, ਪਰ ਤੁਸੀਂ ਈਰਖਾ ਛੱਡੋ, ਵੈਰ ਛੱਡੋ ਆਪਣੇ ਅੰਦਰੋਂ। ਮੋਕੋ ਅਬਹਿ ਬੰਧਾਮ ਨ ਲਾਗ। ਕਹਿੰਦੇ ਤਾਂ ਮੈਨੂੰ ਇਹਨਾਂ ਨੇ ਇਹ ਦਸਤਾਰ ਬਣਾਉਣ ਲੱਗੇ ਨੇ ਕਿਉਂਕਿ ਪਿਤਾ ਸਤਿਗੁਰੂ ਜੀ ਦਾ ਹੁਕਮ ਸੀ, ਇਸ ਕਰਕੇ। ਜੇ ਕਰੇ ਆਪਨੋ ਰੋਸ ਨਵਾਰੋ। ਤੇ ਜੇ ਤੁਸੀਂ ਆਪਣਾ ਗੁੱਸਾ ਛੱਡੋ, ਸਾਰੀ ਸੰਗਤ ਵਿੱਚ ਇਹ ਮੰਨੋ ਵੀ ਮੈਂ ਵੈਰ ਨਹੀਂ ਕਰਾਂਗਾ। ਲਿਹੋ ਪਾਗ ਸਿਰ ਉਪਰ ਧਾਰੋ। ਤੇ ਮਹਾਰਾਜ ਨੇ ਆਖਿਆ ਲੈ ਲਓ ਤੁਸੀਂ ਆ ਦਸਤਾਰ ਤੇ ਆਪਣੇ ਸਿਰ ਤੇ ਬੰਨ ਲਓ। ਮੈਂ ਆਪਣੀ ਖੁਸ਼ੀ ਨਾਲ ਤੁਹਾਨੂੰ ਦਸਤਾਰ ਦੇਣਾ, ਪਰ ਇੱਥੇ ਬਚਨ ਕਰੋ ਵੀ ਈਰਖਾ ਨਹੀਂ ਕਰੋਗੇ, ਵੈਰ ਨਹੀਂ ਕਰੋਗੇ ਤੁਸੀਂ। ਵੈਰ ਨ ਕੀਜਹਿ ਬਹੁਰ ਕਦਾਈ। ਕਦੀ ਵਾਸਤੇ ਫਿਰ ਵੈਰ ਨਹੀਂ ਕਰੋਗੇ, ਦੁਸ਼ਮਣੀ ਨਹੀਂ ਕਰੋਗੇ। ਪ੍ਰਤਪਾਰਹੁ ਲਾਹ ਕੇ ਲਗ ਭਾਈ। ਤੇ ਸਾਨੂੰ ਆਪਣੇ ਛੋਟੇ ਭਾਈ ਜਾਣ ਕੇ ਸਾਡੀ ਪਾਲਣਾ ਕਰੋਗੇ, ਸਾਡੇ ਨਾਲ ਪ੍ਰੇਮ ਕਰੋਗੇ, ਇਹ ਬਚਨ ਕਰੋ। ਆ ਦਸਤਾਰ ਤੁਹਾਨੂੰ ਦੇ ਦਿੰਦੇ ਹਾਂ। ਇਮ ਸਭ ਸੁਣ ਕੇ ਦੇਖਤ ਲੈ ਕੇ। ਕਹਿੰਦੇ ਨੇ ਉਹ ਸਾਰਿਆਂ ਨੂੰ ਸੁਣਾ ਕੇ ਪੰਜਵੇਂ ਪਾਤਸ਼ਾਹ ਜੀ ਨੇ ਸਾਰਿਆਂ ਦੇ ਦੇਖਦਿਆਂ ਹੋਇਆਂ ਸਿਰ ਪਰ ਪਾਗ ਬੰਦੀ ਹਰਖ ਕੇ। ਕਹਿੰਦੇ ਨੇ ਉਹ ਦਸਤਾਰ ਪ੍ਰਿਥੀ ਚੰਦ ਦੇ ਅੱਗੇ ਕੀਤੀ, ਉਹਨੇ ਤੇ ਇੱਕਦਮ ਫੜ ਲਈ ਜੀ, ਫੜ ਕੇ ਤੇ ਆਪੇ ਹੀ ਆਪਣੇ ਸਿਰ ਦੇ ਉੱਪਰ ਬੰਨ ਲਈ। ਪ੍ਰਿਥੀ ਚੰਦ ਨੇ ਖੁਸ਼ ਹੋ ਗਿਆ, ਲਓ ਜੀ ਹੁਣ ਤਾਂ ਗੱਲ ਬਣ ਗਈ। ਫਿਰ ਮਾਨਿਓ ਮਨ ਮਹਿ ਮੈਂ ਗੁਰ ਭਇਓ। ਹੁਣ ਮਨ ਹੀ ਮਨ ਚ ਸੋਚਦਾ ਕਹਿੰਦਾ ਮੈਂ ਤਾਂ ਗੁਰੂ ਬਣ ਗਿਆ ਜੀ, ਆਹ ਤਾਂ ਗੱਲ ਹੀ ਬਣ ਗਈ।
ਆਪ ਹੀ ਇਹਨਾਂ ਨੇ ਉੱਠ ਕੇ ਦਸਤਾਰ ਦੇ ਦਿੱਤੀ ਹੈ। ਨਿਜ ਅਧਿਕਾਰ ਵਿਚਾਰਤ ਲਿਓ ਹੁਣ ਆਪਣੇ ਮਨ 'ਚ ਵਿਚਾਰਾਂ ਕਰਦਾ, ਲਓ ਜੀ ਮੇਰਾ ਹੀ ਅਧਿਕਾਰ ਸੀ ਤੇ ਮੇਰੇ ਕੋਲੇ ਆ ਗਿਆ ਹੈ। ਤੂਸ਼ਣ ਰਹੇ ਦੇਖ ਕਿਰਤ ਤਾਹੀ ਕਹਿੰਦੇ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਕਰਕੇ ਬਾਕੀ ਸਾਰੀ ਸੰਗਤ ਚੁੱਪ ਕੀਤੀ ਰਹੀ। ਅਰਜਨ ਗੁਰੂ ਲਖ ਹੈ ਮਨ ਮਾਹੀ ਸਾਰਿਆਂ ਦੇ ਮਨ ਵਿੱਚ ਪਤਾ ਵੀ ਗੁਰੂ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ, ਕਿਉਂਕਿ ਚੌਥੇ ਪਾਤਸ਼ਾਹ ਜੀ ਆਪ ਸਿੰਘਾਸਨ ਤੇ ਬਿਠਾ ਕੇ ਗਏ, ਫਿਰ ਬਚਨ ਕਰਕੇ ਗਏ, ਫਿਰ ਬਾਬਾ ਮੋਹਰੀ ਜੀ ਨੂੰ ਬਾਹ ਫੜਾ ਕੇ ਗਏ, ਫਿਰ ਸਾਰੀਆਂ ਸੰਗਤਾਂ ਤਾਈਂ ਉਪਦੇਸ਼ ਦੇ ਕੇ ਗਏ ਹਨ। ਉਹਨੇ ਆਪਣੇ ਆਪਣੇ ਸਭ ਥਾਨ ਇਉਂ ਕਹਿ ਕੇ ਤੇ ਸਾਧ ਸੰਗਤ ਜੀ ਫਿਰ ਸਮਾਪਤੀ ਪਿਰਥੀ ਚੰਦ ਨੇ ਦਸਤਾਰ ਆਪਣੇ ਸਿਰ ਤੇ ਬੰਨ ਲਈ ਤੇ ਸਾਰੀਆਂ ਸੰਗਤਾਂ ਨੇ ਸਮਾਪਤੀ ਕੀਤੀ, ਆਪੋ ਆਪਣੇ ਆਸਣਾਂ ਤੇ ਚਲੇ ਗਏ। ਕਰੇ ਸਰਾਹਨ ਗੁਣ ਨ ਮਹਾਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤੀ ਸਾਰੇ ਕਰ ਰਹੇ ਹਨ ਉਸ ਵੇਲੇ। ਨਿਰਹੰਕਾਰ ਸ਼ਾਂਤ ਚਿਤ ਕੀ ਧੀਰ ਕਹਿ ਰਹੇ ਨੇ? ਕਹਿੰਦੇ ਕਮਾਲ ਹੈ ਭਈ ਪੰਜਵੇਂ ਪਾਤਸ਼ਾਹ ਜੀ ਬਿਲਕੁਲ ਨਿਰਹੰਕਾਰ ਨੇ, ਇੰਨਾ ਸ਼ਾਂਤ ਚਿੱਤ, ਆਪਣੀ ਦਸਤਾਰ ਲੜਾਈ ਮਿਟਾਉਣ ਵਾਸਤੇ ਆਪਣੇ ਭਰਾ ਨੂੰ ਆਪ ਦੇ ਦਿੱਤੀ ਹੈ। ਹਰਖ ਸ਼ੋਕ ਨਹਿ ਲੇਸ਼ ਗੰਭੀਰ ਕਹਿੰਦੇ ਲੇਸ ਮਾਤਰ ਵੀ ਹਰਖ ਸੋਗ ਨਹੀਂ ਹੈਗਾ, ਇੰਨਾ ਗਹਿਰ ਗੰਭੀਰ ਹਿਰਦਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਇਹ ਸਾਰੀਆਂ ਸੰਗਤਾਂ ਗੱਲਾਂ ਕਰਦੀਆਂ ਪਈਆਂ ਹਨ ਜੀ। ਸਗਲ ਗੁਣ ਤੇ ਜਾਣਿਓ ਨਿਕ ਕਹਿੰਦੇ ਸਾਰੇ ਗੁਣਾ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸਮਰੱਥ ਜਾਣਿਆ ਸਾਰੀਆਂ ਸੰਗਤਾਂ ਨੇ। ਪਿਤਾ ਨੇ ਪਰਖ ਕੀਨ ਤਬ ਟੀਕ ਕਹਿੰਦੇ ਪਿਤਾ ਜੀ ਨੇ ਪਰਖ ਕਰਕੇ ਹੀ ਗੁਰਿਆਈ ਦਾ ਟਿੱਕਾ ਇਹਨਾਂ ਨੂੰ ਦਿੱਤਾ, ਇਸ ਲਈ ਸਾਰੀ ਸੰਗਤ ਨੇ ਮੰਨਿਆ ਗੁਰੂ ਸਾਹਿਬ ਜੀ ਨੂੰ ਹੀ ਗੁਰੂ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਸਗੋਂ ਮਹਾਰਾਜ ਜੀ ਦੀ ਵਡਿਆਈ ਵੱਧ ਗਈ ਪੰਜਵੇਂ ਪਾਤਸ਼ਾਹ ਜੀ ਦੀ। ਅਗਲੇ ਦਿਵਸ ਸੰਗਤਾਂ ਆਈ ਕਹਿੰਦੇ ਅਗਲੇ ਦਿਨ ਸੰਗਤਾਂ ਬਹੁਤ ਦੂਰੋਂ ਚੱਲ ਕੇ ਵੱਡੀ ਗਿਣਤੀ ਚ ਆਈਆਂ ਜੀ। ਸਭ ਬਿਰਤਾਂ ਤੋ ਸੁਣ ਨਿਰਨੈ ਕੀਨ ਜੋ ਸਾਰੀਆਂ ਸੰਗਤਾਂ ਭੇਟਾਵਾਂ ਲੈ ਕੇ ਆਈਆਂ ਤੇ ਜਦੋਂ ਸੰਗਤਾਂ ਆਈਆਂ ਉਹਨਾਂ ਨੂੰ ਕੱਲ ਵਾਲੀ ਗੱਲ ਦਾ ਪਤਾ ਲੱਗਾ ਵੀ ਏਦਾਂ ਪਿਰਥੀ ਚੰਦ ਬੋਲਿਆ ਸੀ, ਐਵੇਂ ਇਹਨੇ ਲੜਾਈ ਪਾਈ। ਫਿਰ ਪੰਜਵੇਂ ਪਾਤਸ਼ਾਹ ਜੀ ਉੱਠੇ, ਉਹਨਾਂ ਨੇ ਆਪਣੀ ਦਸਤਾਰ ਇਹਨਾਂ ਨੂੰ ਦੇ ਦਿੱਤੀ, ਆਖਿਆ ਜਾ ਵੈਰ ਛੱਡ ਦੇ, ਲੜਾਈ ਛੱਡ ਦੇ ਤੇ ਅਸੀਂ ਤੇਰੀ ਆਗਿਆ 'ਚ ਰਹਿਣ ਲਈ ਤਿਆਰ। ਜਦੋਂ ਉਹਨਾਂ ਨਵੀਆਂ ਆਈਆਂ ਸੰਗਤਾਂ ਨੂੰ ਇਸ ਸਾਰੇ ਵਰਤਾਂਤ ਦਾ ਪਤਾ ਲੱਗਾ ਤਾਂ ਸ੍ਰੀ ਅਰਜਨ ਕੋ ਸਤਗੁਰ ਚੀਨ ਸਾਰਿਆਂ ਨੇ ਜਾਣ ਲਿਆ ਵੀ ਗੁਰੂ ਤਾਂ ਗੁਰੂ ਅਰਜਨ ਦੇਵ ਸਾਹਿਬ। ਸੰਗਤ ਕਹਿੰਦੀ ਨਾ ਜੀ ਸਾਡੇ ਵਾਸਤੇ ਤਾਂ ਉਹੀ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਚੌਥੇ ਪਾਤਸ਼ਾਹ ਜੀ ਨੇ ਆਪਣੀ ਥਾਂ ਤੇ ਬਿਠਾ ਕੇ ਹੁਕਮ ਕੀਤਾ ਹੈ। ਬ੍ਰਿੰਦ ਅਕੋਰਣ ਅਰਪ ਅਗਰੇ ਸਾਰੀਆਂ ਸੰਗਤਾਂ ਗਈਆਂ, ਪੰਜਵੇਂ ਪਾਤਸ਼ਾਹ ਜੀ ਦੇ ਸਾਹਮਣੇ ਭਿਟਾਵਾਂ ਰੱਖ ਕੇ ਸਾਰੀ ਸੰਗਤ ਨੇ ਮੱਥਾ ਟੇਕਿਆ ਜੀ। ਸਭ ਸੰਗਤ ਨੇ ਬੰਧਨ ਧਾਰੀ ਸਾਰੀਆਂ ਸੰਗਤਾਂ ਨੇ ਸ਼ਰਧਾ ਨਾਲ ਪ੍ਰੇਮ ਨਾਲ ਬੰਦਨਾ ਪੰਜਵੇਂ ਪਾਤਸ਼ਾਹ ਜੀ ਨੂੰ ਕੀਤੀ। ਕੋਈ ਇੱਕ ਜਾਣਾ ਵੀ ਪਿਰਥੀ ਚੰਦ ਵੱਲ ਨਹੀਂ ਗਿਆ ਜੀ। ਮਨੋ ਕਾਮਨਾ ਪਾਵਨ ਕਰਹੀ ਜਿੰਨੀਆਂ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ। ਰਾਮਦਾਸ ਗੁਰ ਇਹ ਨਿਹਰਹੀ ਸਾਰੇ ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦਾ ਸਰੀਰ ਹੈ, ਕਿਉਂਕਿ ਮਹਾਰਾਜ ਨੇ ਆਖਿਆ ਸੀ ਵੀ ਸਾਡੀ ਥਾਂ ਤੇ ਸਾਡਾ ਸਰੂਪ ਜਾਣਿਓ, ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਜਾਣਿਓ। ਗੁਰੂ ਅੰਗਦ ਦੇਵ ਸਾਹਿਬ ਜੀ ਸਮਝਿਓ ਇਹਨਾਂ ਨੂੰ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤ ਹੈ। ਜਦੋਂ ਇਸ ਗੱਲ ਦਾ ਪਤਾ ਲੱਗਾ ਸੰਗਤਾਂ ਨੇ ਤੇ ਫਿਰ ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਣਾ ਸੀ। ਸਾਰੀ ਸੰਗਤ ਪੰਜਵੇਂ ਪਾਤਸ਼ਾਹ ਜੀ ਕੋਲੇ ਗਈ, ਇੱਕ ਵੀ ਬੰਦਾ ਪਿਰਥੀ ਚੰਦ ਵੱਲ ਨਹੀਂ ਗਿਆ ਜੀ। ਮਨੋ ਕਾਮਨਾ ਪਾਵਨ ਕਰਹੀ ਰਾਮਦਾਸ ਗੁਰ ਇਹ ਨਿਹਰਹੀ। ਇੱਥੇ ਸਾਧ ਸੰਗਤ ਜੀ ਸਮਾਂ ਸੰਪੂਰਨ ਹੋ ਗਿਆ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਕੱਲ ਸ਼ਾਮ ਨੂੰ ਆਪਾਂ ਇੱਥੋਂ ਕਥਾ ਪ੍ਰਾਰੰਭ ਕਰਾਂਗੇ। ਮਹਾਰਾਜ ਜੀ ਰਹਿਮਤ ਕਰਨ। ਇਹ ਗੁਰਤਾ ਗੱਦੀ ਜਿਹੜੀ ਸੇਵਾ ਦਾ ਮੇਵਾ ਹੁੰਦਾ, ਧੱਕੇ ਨਾ ਚਲਾਕੀ ਨਾ ਛਲ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਨਾ ਕਦੀ ਕਿਸੇ ਨੂੰ ਮਿਲੀ ਤੇ ਨਾ ਮਿਲ ਸਕਦੀ ਹੈ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆਪ ਕਿਰਪਾ ਕਰ ਦੇਣਗੇ, ਬਖਸ਼ਿਸ਼ ਕਰ ਦੇਣਗੇ, ਉਹਨਾਂ ਕੋਲੋਂ ਕੋਈ ਬਖਸ਼ਿਸ਼ ਖੋਹ ਨਹੀਂ ਸਕਦਾ ਹੁੰਦਾ ਜੀ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਕਹਿੰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤਾਂ ਨੇ ਖਿਮਾ ਬਖਸ਼ ਦੇਣੀ। ਅਗਲਾ ਪ੍ਰੋਗਰਾਮ ਗੁਰਮੁਖਾਂ ਤੋਂ ਸਰਵਣ ਕਰੋ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।